ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਮੈਂ ਜਸਵਿੰਦਰ ਸਿੰਘ ਬਡਰੁੱਖ ਹਾਂ ਤੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਜਸਵਿੰਦਰ ਸਿੰਘ ਬਡਰੁੱਖ ਹਾਂ YouTube ਦੇ ਉੱਪਰ। ਇਸ ਚੈਨਲ ਦੇ ਉੱਪਰ ਲਗਭਗ 3 ਕੁ ਸਾਲ ਪਹਿਲਾਂ ਇੱਕ ਵੀਡੀਓ ਬਣਾ ਕੇ ਪਾਈ ਸੀ ਜਪ ਬਾਣੀ ਦੀ ਸੰਥਿਆ ਉਚਾਰਨ ਵਿਸ਼ਰਾਮਾਂ ਦੇ ਸੰਬੰਧ ਵਿੱਚ, ਜਿਸ ਨੂੰ ਆਪ ਸੰਗਤ ਦੇ ਵੱਲੋਂ ਬੇਹੱਦ ਪਿਆਰ ਦਿੱਤਾ ਗਿਆ। ਬੜੇ ਗੁਰੂ ਪਿਆਰਿਆਂ ਨੇ ਉਸ ਤੋਂ ਲਾਹੇ ਲਏ, ਬਹੁਤ ਗੁਰੂ ਪਿਆਰਿਆਂ ਦੇ ਸਾਨੂੰ ਫੋਨ ਆਏ ਕਿ ਇਸ ਪ੍ਰੋਜੈਕਟ ਨੂੰ ਅੱਗੇ ਕੰਟੀਨਿਊ ਕੀਤਾ ਜਾਵੇ। ਸੋ ਉਸੇ ਲੜੀ ਨੂੰ ਅਸੀਂ ਅੱਗੇ ਸ਼ੁਰੂ ਕਰਨ ਲੱਗੇ ਹਾਂ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਸੰਥਾ ਇੱਕ ਇੱਕ ਕਰਕੇ ਰੋਜ਼ਾਨਾ ਇੱਕ ਇੱਕ ਭਾਗ ਜਿੰਨੇ ਕੁ ਸਮੇਂ ਦਾ ਹੋਇਆ ਕਰੇਗਾ ਆਪ ਸੰਗਤ ਦੇ ਨਾਲ ਅਸੀਂ ਉਸ ਨੂੰ ਸਾਂਝਾ ਕਰਿਆ ਕਰਾਂਗੇ। ਸੋ ਸਿਮਰ ਬੇਨਤੀ ਆਪ ਸੰਗਤ ਨੂੰ ਕਰਦੇ ਹਾਂ ਕਿ ਜਿੰਨੇ ਵੀ ਗੁਰੂ ਪਿਆਰੇ ਤੁਸੀਂ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋ, ਸਾਰੇ ਹੀ ਰਲ ਮਿਲ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ਼ੁੱਧ ਉਚਾਰਨ ਦੀ ਸੰਥਾ ਪ੍ਰਾਪਤ ਕਰੀਏ। ਆਪ ਵੀ ਜੁੜੀਏ, ਅੱਗੇ ਹੋਰ ਵੀ ਗੁਰੂ ਪਿਆਰਿਆਂ ਨੂੰ ਜੋੜ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਨਾਲ ਜੋੜਨਾ ਕਰੀਏ। ਸਾਡੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਮਨੋਰਥ ਕੇਵਲ ਤੇ ਕੇਵਲ ਇੰਨਾ ਹੈਗਾ ਕਿ ਜਿਨ੍ਹਾਂ ਗੁਰੂ ਪਿਆਰਿਆਂ ਦੇ ਕੋਲ ਸਮਾਂ ਹੈ ਨਹੀਂ, ਸਮਾਂ ਕੱਢ ਕੇ ਰੁਝੇਵਿਆਂ ਦੇ ਵਿੱਚੋਂ ਉਹ ਜਾਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁੱਧ ਉਚਾਰਨ ਦੇ ਸੰਬੰਧ ਵਿੱਚ ਕਿਸੇ ਜਗ੍ਹਾ ਤੋਂ ਸੰਥਾ ਪ੍ਰਾਪਤ ਕਰ ਸਕਣ, ਉਹਨਾਂ ਦੇ ਲਈ, ਉਹਨਾਂ ਦੀ ਮਦਦ, ਉਹਨਾਂ ਦੀ ਸਹਾਇਤਾ ਦੇ ਲਈ ਅਸੀਂ ਪ੍ਰੋਜੈਕਟ ਸ਼ੁਰੂ ਕਰਨ ਲੱਗੇ ਹਾਂ। ਤੇ ਇਸ ਪ੍ਰੋਜੈਕਟ ਦੇ ਲਈ ਅਸੀਂ ਜੋ ਸਹਾਇਤਾ ਸਮੱਗਰੀ ਇਕੱਠੀ ਕੀਤੀ ਆ, ਜਿੱਥੋਂ ਸਹਾਇਤਾ ਮੈਂ ਲਈ ਆ, ਗਿਆਨੀ ਜੋਗਿੰਦਰ ਸਿੰਘ ਜੀ ਤਲਵਾੜਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਉਚਾਰਨ ਵਿਆਕਰਨ ਸੰਬੰਧੀ ਬਹੁਤ ਵੱਡਾ ਕੰਮ ਕੀਤਾ, ਉਹਨਾਂ ਤੋਂ ਸਹਾਇਤਾ ਲਈ ਆ, ਉਹਨਾਂ ਦੇ ਕਾਰਜ ਤੋਂ ਸਹਾਇਤਾ ਲਈ ਆ। ਤੇ ਉਹਨਾਂ ਤੋਂ ਬਿਨਾਂ ਗਿਆਨੀ ਹਰਬੰਸ ਸਿੰਘ ਜੀ ਪਟਿਆਲਾ ਨਿਰਣੈਕਾਰ, ਉਹਨਾਂ ਨੇ ਗੁਰਬਾਣੀ ਉਚਾਰਨ ਦੇ ਸੰਬੰਧ ਉੱਪਰ ਕਾਫੀ ਸੋਹਣਾ ਕੰਮ ਕੀਤਾ ਹੋਇਆ, ਉਹਨਾਂ ਦੇ ਕਾਰਜ ਤੋਂ ਸਹਾਇਤਾ ਲਈ ਹੈ। ਉਹਨਾਂ ਤੋਂ ਬਿਨਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਹਿਜ ਪਾਠ ਸਾਹਿਬ ਰਿਕਾਰਡ ਕਰਵਾਏ ਸਨ, ਆਪ ਸੰਗਤਾਂ ਨੇ ਉਹ ਟੀਵੀ ਦੇ ਉੱਪਰੋਂ ਸੁਣੇ ਨੇ, ਉਸ ਤੋਂ ਵੀ ਅਸੀਂ ਸਹਾਇਤਾ ਲਈ ਹੈ। ਇਸ ਤੋਂ ਬਿਨਾਂ ਗਿਆਨੀ ਜਗਤਾਰ ਸਿੰਘ ਜੀ ਜਾਚਕ ਹੋਣਾ ਦਾ ਜੋ ਕੀਤਾ ਹੋਇਆ ਪਾਠ ਹੈ, ਉਸ ਤੋਂ ਵੀ ਸਹਾਇਤਾ ਲਈ ਹੈ। ਇਹਦੇ ਨਾਲ ਨਾਲ ਪ੍ਰੋਫੈਸਰ ਸਾਹਿਬ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਟੀਕਾਕਾਰ, ਜਿਨ੍ਹਾਂ ਨੇ ਦਰਪਣ ਲਿਖਿਆ, ਉਹਨਾਂ ਨੇ ਜੋ ਦਰਪਣ ਦੇ ਅੰਦਰ ਉਚਾਰਨ ਸੇਧਾਂ ਦਿੱਤੀਆਂ ਹਨ, ਉਹਨਾਂ ਤੋਂ ਵੀ ਸਹਾਇਤਾ ਲਈ ਹੈ। ਤੇ ਉਹਨਾਂ ਦੇ ਇੱਕ ਵਿਦਿਆਰਥੀ ਸਨ ਜੋ ਅੱਜ ਕੱਲ੍ਹ ਇਸ ਫਾਨੀ ਸੰਸਾਰ ਦੇ ਵਿੱਚ ਸਰੀਰ ਰੂਪ ਦੇ ਵਿੱਚ ਨਹੀਂ ਮੌਜੂਦ ਹਨ, ਗਿਆਨੀ ਹਰਭਜਨ ਸਿੰਘ ਜੀ US ਵਾਲੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਰਿਕਾਰਡ ਵੀ ਕਰਵਾਇਆ ਤੇ ਉਹਨਾਂ ਤੋਂ ਵੀ ਸਹਾਇਤਾ ਲਈ ਹੈ। ਇਸ ਤੋਂ ਇਲਾਵਾ ਜਿੰਨੀ ਕੁ ਮਤਬੁੱਧ ਹੈ, ਉਸ ਦੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿਆਕਰਨ ਨੂੰ, ਉਚਾਰਨ ਨੂੰ ਜਿੰਨਾ ਕੁ ਸਮਝਿਆ, ਤੇ ਇਹ ਸਾਰੇ ਦੇ ਸਾਰੇ ਵਿਦਵਾਨਾਂ ਦੇ ਹਵਾਲੇ ਦੇ ਨਾਲ ਸ਼ੁੱਧ ਉਚਾਰਨ ਆਪ ਸੰਗਤ ਦੇ ਨਾਲ ਅਸੀਂ ਸਾਂਝਾ ਕਰਨ ਲੱਗੇ ਹਾਂ। ਜਪ ਬਾਣੀ ਦਾ ਉਚਾਰਨ ਪਹਿਲਾਂ 1 ਨੰਬਰ ਅੰਗ ਤੋਂ ਲੈ ਕੇ 8 ਨੰਬਰ ਅੰਗ ਤੱਕ ਆਪ ਸੰਗਤ ਦੇ ਨਾਲ ਅਸੀਂ ਸਾਂਝਾ ਕਰ ਚੁੱਕੇ ਹੋਏ ਹਾਂ। ਉਸ ਵੀਡੀਓ ਦਾ ਲਿੰਕ ਮੈਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿਆਂਗਾ, ਉੱਥੋਂ ਜਾ ਕੇ ਆਪ ਜੀਆਂ ਨੇ ਸਰਵਣ ਕਰ ਲੈਣਾ ਤੇ ਉੱਥੋਂ ਅੱਗੇ ਆਪਾਂ ਜਿਹੜਾ ਹੈ ਪਾਵਨ ਬਾਣੀ ਦੀ ਜੋ ਲੜੀਵਾਰ ਉਚਾਰਨ ਹੈ, ਸ਼ੁੱਧ ਉਚਾਰਨ, ਉਸ ਨੂੰ ਆਪਾਂ ਕੰਟੀਨਿਊ ਕਰ ਰਹੇ ਹਾਂ। ਤੇ ਇੱਕ ਮੈਂ ਬੇਨਤੀ ਕਰਦੇ ਹਾਂ, ਕਿਉਂਕਿ ਆਪਣੇ ਸੀਮਤ ਜਿਹੇ ਸਾਧਨਾਂ ਦੇ ਨਾਲ ਅਸੀਂ ਇਹ ਕਾਰਜ ਕਰਨ ਲੱਗੇ ਹਾਂ। ਸਾਡੇ ਕੋਲ ਕੋਈ ਵੱਡਾ ਇੱਦਾਂ ਦਾ ਹੈ ਨਹੀਂ ਵੀ ਕੋਈ ਸਟੂਡੀਓ ਹੋਵੇ ਜਾਂ ਕੋਈ ਵੀਡੀਓਗ੍ਰਾਫਰ ਹੋਣ ਚੰਗੇ। ਸੋ ਅੱਛਾ ਹੁੰਦਾ, ਵਧੀਆ ਹੁੰਦਾ ਜੇਕਰ ਅਸੀਂ ਇੱਕ ਇੱਕ ਤੁਕ ਇੱਦਾਂ ਸਕਰੀਨ 'ਤੇ ਤੁਹਾਨੂੰ ਨਾਲ ਵਿਖਾ ਸਕਦੇ, ਪਰ ਕਿਉਂਕਿ ਸਾਧਨ ਸੀਮਤ ਹਨ, ਇਸ ਲਈ ਸੰਗਤ ਨੂੰ ਸਿਨੇਮਰ ਬੇਨਤੀ ਕਰਦੇ ਹਾਂ ਵੀ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਕੰਟੀਨਿਊ ਕਰਨਾ, ਉਹ ਤੁਸੀਂ ਗੁਰਬਾਣੀ ਦੀ ਪੋਥੀ ਤੋਂ ਜਾਂ ਫਿਰ ਆਪਣਾ ਕੋਈ ਮੋਬਾਈਲ ਫੋਨ, ਕੋਈ ਐਪ ਤੁਸੀਂ ਵਰਤਦੇ ਹੋ ਗੁਰਬਾਣੀ ਦੀ, ਉਸ ਤੋਂ ਨਾਲ ਦੀ ਨਾਲ ਗੁਰਬਾਣੀ ਨੂੰ ਪੜ੍ਹਨਾ ਹੈ, ਦਰਸ਼ਨ ਕਰਨੇ ਹਨ, ਪਾਠ ਕਰਨਾ ਹੈ ਤੇ ਨਾਲ ਦੇ ਨਾਲ ਇਸ ਉਚਾਰਨ ਨੂੰ ਸੁਣਨਾ ਹੈ, ਤਾਂ ਜੋ ਤੁਹਾਨੂੰ ਪਤਾ ਚੱਲੇ ਕਿ ਕਿਹੜੇ ਸ਼ਬਦ ਦਾ ਅਸੀਂ ਕਿਵੇਂ ਉਚਾਰਨ ਕਰਦੇ ਹਾਂ, ਕਿਉਂ ਉਚਾਰਨ ਕਰਦੇ ਹਾਂ, ਕਿੱਥੇ ਆਪਾਂ ਵਿਸ਼ਰਾਮ ਦਿੰਦੇ ਹਾਂ। ਗੁਰਬਾਣੀ ਵਿਆਕਰਣ ਦੇ ਮੁਤਾਬਕ ਨਾਮ ਇੱਕ ਵਚਨ, ਬਹੁਵਚਨ, ਪੜਨਾਮ ਇੱਕ ਵਚਨ, ਬਹੁਵਚਨ, ਕਾਰਕ, ਕਿਰਿਆ, ਕਿਰਦੰਤ, ਜਿਹੜੇ ਇੱਦਾਂ ਦੇ ਸ਼ਬਦ ਹਨ, ਸੰਬੋਧਨੀ ਸ਼ਬਦ ਹਨ,
ਫਿਰ ਕਿਰਿਆ ਦਾ ਆਪਣਾ ਇੱਕ ਕਾਲ ਹੁੰਦਾ, ਟੈਂਸ ਹੁੰਦੇ ਨੇ, ਹੈ ਨਾ, ਵਰਤਮਾਨ ਕਾਲ ਹੁੰਦਾ, ਭੂਤ ਭਵਿੱਖ ਕਾਲ ਹੁੰਦਾ। ਫਿਰ ਕਿਰਿਆ ਦੇ ਆਪਣੇ ਪੁਰਖ ਹੁੰਦੇ ਨੇ, ਫਸਟ ਪਰਸਨ, ਸੈਕੰਡ ਪਰਸਨ, ਥਰਡ ਪਰਸਨ ਕਰਕੇ। ਤਾਂ ਉਹ ਇਹਨਾਂ ਚੀਜ਼ਾਂ ਦੇ ਹਿਸਾਬ ਦੇ ਨਾਲ ਉਚਾਰਨ ਬਦਲਦਾ ਰਹਿੰਦਾ ਥਾਂ ਪਰ ਥਾਂ ਦੇ ਉੱਪਰ ਸ਼ਬਦਾਂ ਦਾ। ਸੋ ਉਸ ਦੇ ਮੁਤਾਬਕ ਅਸੀਂ ਆਪ ਸੰਗਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਜੋ ਪਵਿੱਤਰ ਸ਼ਬਦ ਗੁਰੂ ਸਾਹਿਬ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਨੇ, ਉਹਨਾਂ ਦੀ ਸਾਂਝ ਆਪ ਜੀ ਨਾਲ ਪਾਵਾਂਗੇ। ਸੋ ਪਹਿਲੀ ਲੜੀ, ਪਹਿਲਾ ਭਾਗ ਅਸੀਂ ਉਹੀ ਜੋ ਪਹਿਲਾਂ ਜਪ ਬਾਣੀ ਦੀ ਸੰਥਾ ਪਾਈ ਸੀ ਉਸੇ ਨੂੰ ਮੰਨ ਕੇ ਚੱਲਾਂਗੇ। ਅਤੇ ਅੱਜ ਆਪਾਂ ਦੂਜੇ ਭਾਗ ਦੇ ਵਿੱਚ 8 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿੱਥੋਂ 100 ਦਰ ਬਾਣੀ ਆਰੰਭ ਹੋ ਜਾਂਦੀ ਹੈ, ਉੱਥੋਂ ਆਪਾਂ ਅੱਜ ਦੀ ਜਿਹੜੀ ਇਹ ਵੀਡੀਓ ਹੈ ਇਸ ਨੂੰ ਆਪਾਂ ਆਰੰਭ ਕਰਦੇ ਹਾਂ। ਤਾਂ ਬਾਣੀ ਆਰੰਭ ਹੁੰਦੀ ਹੈ ਜੀ, 100 ਦਰ ਰਾਗ ਆਸਾ ਮਹਲਾ ਪਹਿਲਾ। ਇੱਕ ਬੇਨਤੀ ਮੈਂ ਕਰਦੇ ਹਾਂ ਕਿ ਜਿੱਥੇ ਜਿੱਥੇ ਅਸੀਂ ਵਿਸ਼ਰਾਮ ਦੇਵਾਂਗੇ, ਥੋੜ੍ਹੀ ਸਪੇਸ ਦੇਵਾਂਗੇ ਹਲਕੀ ਜੀ, ਹੈ ਨਾ, ਤਾਂ ਉੱਥੇ ਆਪ ਜੀ ਨੇ ਸਮਝ ਲੈਣਾ ਕਿ ਇੱਥੇ ਵਿਸ਼ਰਾਮ ਹੈ। ਜੇ ਬੋਲ ਕੇ ਵੀ ਕਈ ਵਾਰੀ ਦੱਸਣ ਦੇ ਵਿੱਚ ਅਣਗਹਿਲੀ ਹੋ ਜਾਂਦੀ ਆ ਜਾਂ ਧਿਆਨ 'ਚੋਂ ਚੀਜ਼ ਨਿਕਲ ਜਾਂਦੀ ਆ, ਤਾਂ ਆਪ ਜੀ ਨੇ ਸਮਝ ਲੈਣਾ, ਜਿੱਦਾਂ ਹੁਣ ਮੈਂ ਪਾਠ ਕੀਤਾ ਸੀ 100 ਦਰ ਰਾਗ ਆਸਾ ਮਹਲਾ ਪਹਿਲਾ। ਹੁਣ ਇੱਥੇ ਜਿੱਥੇ ਜਿੱਥੇ ਮੈਂ ਗੈਪ ਦਿੱਤਾ ਵਾ, 100 ਦਰ ਇੱਥੇ ਆ ਗਿਆ, ਫਿਰ ਰਾਗ ਆਸਾ ਇੱਥੇ ਆ ਗਿਆ, ਮਹਲਾ ਪਹਿਲਾ, ਇੱਦਾਂ ਪਾਠ ਕਰਨਾ ਇਸ ਦਾ ਵਿਸ਼ਰਾਮ ਦੇ ਕੇ। 100 ਦਰ ਤੋਂ ਬਾਅਦ ਵਿਸ਼ਰਾਮ, ਫਿਰ ਰਾਗ ਆਸਾ ਇਸ ਤੋਂ ਬਾਅਦ, ਅਤੇ ਮਹਲਾ ਪਹਿਲਾ ਇੱਥੇ ਵਿਸ਼ਰਾਮ ਦੇ ਦੇਣਾ। ਇਹਨੂੰ ਮਹਿਲਾ ਜਾਂ ਮਹੱਲਾ ਇੱਦਾਂ ਉਚਾਰਨ ਕਰਨ ਤੋਂ ਆਪ ਜੀ ਗੁਰੇਜ਼ ਕਰਿਓ, ਯਤਨ ਕਰਿਓ ਪੋਲਾਈਟਲੀ ਮਹਲਾ ਸ਼ਬਦ ਉਚਾਰਨ ਕਰ ਲਓ ਅਤੇ ਬਹੁਤ ਅੱਛਾ ਹੈ, ਬਹੁਤ ਵਧੀਆ ਹੈ। ਮਿਸ਼ਨਰੀ ਕਾਲਜ ਜਿਹੜਾ ਉਚਾਰਨ ਦਿੰਦੇ ਨੇ ਉਹ ਮਹਿਲਾ ਦਾ ਉਚਾਰਨ ਦਿੰਦੇ ਨੇ। ਸੰਪਰਦਾਵਾਂ ਅਤੇ ਟਕਸਾਲ ਜੋ ਉਚਾਰਨ ਦਿੰਦੇ ਆ ਉਹ ਮਹੱਲਾ ਹਾਹੇ ਅਤੇ ਅਧਕ ਲਾ ਕੇ ਉਚਾਰਨ ਦਿੰਦੇ ਨੇ। ਪਰ ਸਾਡੀ ਸਮਝ ਇਹ ਆਖਦੀ ਹੈ ਕਿ ਆਪਾਂ ਇਹ ਪਾਵਨ ਸ਼ਬਦ ਨੂੰ ਮਹਲਾ ਰੂਪ ਦੇ ਵਿੱਚ ਪੜ੍ਹੀਏ। ਇਹਦੇ ਉੱਪਰ ਬਹੁਤਾ ਜ਼ੋਰ ਦੇਣ ਦੀ ਲੋੜ ਨਹੀਂ, ਬੜੇ ਸਹਿਜ, ਬੜੇ ਆਰਾਮ ਦੇ ਨਾਲ ਇਸ ਨੂੰ ਮਹਲਾ ਕਰਕੇ ਆਪਾਂ ਪੜ੍ਹ ਸਕਦੇ ਹਾਂ। ਅੱਗੇ ਹੈ ਪਹਿਲਾ, ਮਤਲਬ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਹੈ, ਉਹਨਾਂ ਦੀ ਬਾਣੀ ਹੈ। ਉਸ ਤੋਂ ਅੱਗੇ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ, ਇਹਨੂੰ ਏਕਮਕਾਰ, ਇੱਕ ਓੰਕਾਰ ਇੱਦਾਂ ਨਹੀਂ ਪੜ੍ਹਨਾ। ਇਹ ਪਹਿਲੀ ਵੀਡੀਓ 'ਚ ਮੈਂ ਦੱਸਿਆ ਸੀ। ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਦਾਂ ਪੜ੍ਹਨਾ, ਇਸ ਤਰੀਕੇ ਨਾਲ ਪਾਠ ਕਰਨਾ ਹੈ। ਸਤਿਗੁਰ ਪ੍ਰਸਾਦ, ਪ੍ਰਸਾਦ ਪਾਠ ਕਰਨਾ, ਸੱਸੇ ਦੇ ਪੈਰ ਪ੍ਰਸ਼ਾਦ ਨਹੀਂ ਪੜ੍ਹਨਾ ਹੈ। ਤੇ ਅੱਗੇ ਹੈ ਜੀ 100 ਦਰ ਤੇਰਾ ਕੇਹਾ, ਇੱਥੇ ਵਿਸ਼ਰਾਮ ਆ ਗਿਆ। 100 ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। 100 ਦਰ ਤੇਰਾ ਕੇਹਾ, ਦਰ ਦਾ ਉਚਾਰਨ ਹੈ ਜਿਹੜਾ ਆਪਾਂ ਦਰ ਕਰਾਂਗੇ, ਰਾਰੇ ਨੂੰ ਜੋ ਅੰਕੜ ਹੈ ਉਹ ਇਸ ਦੇ ਇੱਕ ਵਚਨ ਪੁਲਿੰਗ ਹੋਣ ਦਾ, ਕਰਤਾ ਕਰਕ ਹੋਣ ਦਾ ਸੂਚਕ ਆ। 100 ਦਰ ਤੇਰਾ ਕੇਹਾ, 100 ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਇਹਨੂੰ ਬਹੀ ਪਾਠ ਨਹੀਂ ਕਰਨਾ, ਬੱਬਾ ਹਾਹੇ ਨੂੰ ਸਿਹਾਰੀ। ਇਹ ਕਿਰਿਆ ਹੈ, ਬੈਠਣ ਦੀ ਗੱਲ ਆ, ਤੇ ਇਸ ਦਾ ਉਚਾਰਨ ਆਪਾਂ ਕਰਾਂਗੇ ਬਹਿ। ਜਿਤ ਬਹਿ ਸਰਬ ਸੰਭਾਲੇ, ਸੰਭਾਲੇ ਇਸ ਤਰੀਕੇ ਨਾਲ ਆਪਾਂ ਪਾਠ ਕਰਨਾ। ਹਲਕਾ ਜਿਹਾ ਨਾਸਕੀ ਉਚਾਰਨ, ਸੰਭਾਲੇ, ਇਸ ਤਰੀਕੇ ਨਾਲ ਆਪ ਜੀ ਨੇ ਕਰਨਾ ਹੈ, ਕਿਉਂਕਿ ਇਹ ਮੱਧਮ ਪੁਰਖ ਦੀ ਕਿਰਿਆ ਵਾ। ਜੋ ਸਾਹਮਣੇ ਵਾਲਾ ਹੈ ਨਾ, ਉਸ ਨੂੰ ਸੰਬੋਧਨ ਹੋ ਕੇ ਆਖਿਆ ਜਾ ਰਿਹਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਭਾਈ ਤੂੰ ਕੀ ਕਰ ਰਿਹਾ ਹੈ। ਇਸੇ ਤਰੀਕੇ ਨਾਲ ਗੁਰੂ ਮਹਾਰਾਜ ਪਰਮੇਸ਼ਰ ਨੂੰ ਕਹਿ ਰਹੇ ਨੇ ਜਿਤ ਬਹਿ ਸਰਬ ਸੰਭਾਲੇ, ਵੀ ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈ। ਸੋ ਆਪਾਂ ਇਸ ਦਾ ਪਾਠ ਕਰਾਂਗੇ। ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣ ਹਾਰੇ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਅਸੰਖਾਂ ਪਾਠ ਕਰਾਂਗੇ ਤੇ ਇੱਥੇ ਵਿਸ਼ਰਾਮ ਦੇ ਦਿਆਂਗੇ। ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਉ ਕਹੀਐ। ਕੇਤੇ ਤੇਰੇ, ਹਲਕਾ ਜਿਹਾ ਵਿਸ਼ਰਾਮ ਦੇ ਦਿਓ, ਜੰਬਕੀ। ਕੇਤੇ ਤੇਰੇ ਰਾਗ ਪਰੀ ਸਿਉ ਕਹੀਐ। ਰਾਗ ਪਰੀ ਸਿਉ, ਪਰੀ ਜੋ ਪਰੀਆਂ ਹੁੰਦੀਆਂ ਨੇ ਨਾ, ਉਹਨਾਂ ਦੀ ਗੱਲ ਹੋ ਰਹੀ ਹੈ ਇੱਥੇ। ਰਾਗ ਪਰੀ ਸਿਉ ਕਹੀਐ, ਕਹੀਐ ਬਹੁਵਚਨੀ ਕਿਰਿਆ ਹੈ, ਇਸ ਲਈ ਆਪਾਂ ਇਸ ਦਾ ਉਚਾਰਨ ਨਾਸਕੀ ਕਰਾਂਗੇ, ਕਹੀਐ। ਕੇਤੇ ਤੇਰੇ ਗਾਵਨ ਹਾਰੇ। ਅੱਗੇ ਹੈ ਜੀ ਗਾਵਨ ਤੁਧਨੋ, ਪਵਨ ਪਾਣੀ ਬੈਸੰਤਰ। ਗਾਵਨ ਤੁਧਨੋ, ਤੁਧਨੋ ਤੇ ਆਪਾਂ ਵਿਸ਼ਰਾਮ ਦੇਵਾਂਗੇ। ਗਾਵਨ ਤੁਧਨੋ,
ਨੰਨੇ ਨੂੰ ਸਿਹਾਰੀ ਹੈ, ਇਹਦੇ ਬਹੁਵਚਨ ਹੋਣ ਦੀ ਸੂਚਕ ਹੈ। ਇਸ ਲਈ ਉਚਾਰਨ ਆਪਾਂ ਗਾਵਨੀ ਇੱਦਾਂ ਨਹੀਂ ਕਰਾਂਗੇ। ਗਾਵਨ ਤੁਧਨੋ ਪਵਨ ਪਾਣੀ ਬੈਸੰਤਰ। ਬੈਸੰਤਰ ਸ਼ਬਦ ਹੈ, ਬੈਸੰਤਰ ਹੀ ਆਪਾਂ ਇਸ ਨੂੰ ਪੜਾਂਗੇ। ਇੱਥੇ ਵਿਸ਼ਰਾਮ ਦੇ ਦਿਆਂਗੇ। ਗਾਵੈ ਰਾਜਾ ਧਰਮ ਦੁਆਰੇ। ਗਾਵੈ ਹਲਕਾ ਜਿਹਾ ਜੰਬਕੀ ਵਿਸ਼ਰਾਮ, ਰਾਜਾ ਧਰਮ, ਇਹ ਸ਼ਬਦ ਆਪਾਂ ਇਕੱਠਾ ਪੜ੍ਹਨਾ ਹੈ ਕਿਉਂਕਿ ਇਹ ਸ਼ਬਦ ਧਰਮ ਰਾਜਾ ਦਾ ਸੂਚਕ ਹੈ। ਜਿਹੜਾ ਧਰਮ ਰਾਜਾ ਮੰਨਿਆ ਗਿਆ ਨਾ ਇੱਕ ਧਰਮ ਦੀ ਦੁਨੀਆ ਦੇ ਵਿੱਚ, ਉਸ ਦੀ ਗੱਲ ਇੱਥੇ ਹੋ ਰਹੀ ਆ। ਗਾਵੈ ਰਾਜਾ ਧਰਮ ਦੁਆਰੇ, ਇਹਦਾ ਪਾਠ ਕਰਨਾ। ਫਿਰ ਅੱਗੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ। ਗਾਵਨ ਤੁਧਨੋ, ਫਿਰ ਵਿਸ਼ਰਾਮ, ਤੁਧਨੋ ਤੇ ਚਿੱਤ ਗੁਪਤ। ਚਿੱਤ ਗੁਪਤ, ਇਹ ਚਿੱਤਰ ਤੇ ਗੁਪਤ ਜੋ ਮੰਨੇ ਗਏ ਨੇ ਉਹਨਾਂ ਦੀ ਜਿਹੜੀ ਹੈਗੀ ਆ ਸੂਚਨਾ ਹੈਗੀ ਆ। ਸੂਚਨਾ ਨਾ ਮੈਂ ਕਹਾਂ, ਉਹਨਾਂ ਦੇ ਪ੍ਰਤੀਕਾਤਮਕ ਸ਼ਬਦ ਹੈਗੇ ਨੇ। ਚਿੱਤ ਗੁਪਤ, ਤਾਂ ਦੋਵੇਂ ਸ਼ਬਦਾਂ ਨੂੰ ਆਪਾਂ ਨਖੇੜ ਕੇ ਪੜਾਂਗੇ। ਲਿਖ ਜਾਣਨ, ਜੱਜੇ ਕਨਾ ਨਾਣਾ ਨੰਨਾ, ਜਾਣਨ। ਲਿਖ ਲਿਖ ਧਰਮ ਵਿਚਾਰੇ। ਲਿਖ ਲਿਖ ਧਰਮ, ਧਰਮ ਤੇ ਵਿਸ਼ਰਾਮ ਦੇ ਕੇ ਵਿਚਾਰੇ। ਅੱਗੇ ਹੈ ਜੀ ਗਾਵਨ ਤੁਧਨੋ, ਫਿਰ ਆਪਾਂ ਤੁਧਨੋ ਤੇ ਵਿਸ਼ਰਾਮ ਦੇਵਾਂਗੇ। ਈਸ਼ਰ ਬ੍ਰਹਮਾ ਦੇਵੀ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ। ਈਸ਼ਰ ਸੱਸੇ ਨੂੰ ਆਪਾਂ ਜਿਹੜਾ ਹੈਗਾ ਉਹ ਸ਼ ਰੂਪ ਦੇ ਵਿੱਚ ਬੋਲਾਂਗੇ ਕਿਉਂਕਿ ਈਸ਼ਰ ਦੀ ਗੱਲ ਇੱਥੇ ਹੋ ਰਹੀ ਆ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ। ਗਾਵਨ ਤੁਧਨੋ ਵਿਸ਼ਰਾਮ, ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਦੇਵਤਿਆਂ ਦਰ ਨਾਲੇ, ਦੇਵਤਿਆਂ ਬਹੁਵਚਨ ਆ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਇੱਦਾਂ ਪਾਠ ਕਰਨਾ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ। ਗਾਵਨ ਤੁਧਨੋ ਵੀਰ ਕਰਾਰੇ। ਸੋ ਵਿਸ਼ਰਾਮ ਦਾ ਆਪ ਜੀਆਂ ਨੇ ਧਿਆਨ ਦੇਣਾ। ਜਿੱਥੇ ਮੈਂ ਸਪੇਸ ਦੇ ਰਿਹਾ ਹਲਕੀ ਜੀ, ਤੁਸੀਂ ਉੱਥੇ ਸਾਹ ਲੈ ਲੈਣਾ। ਮਤਲਬ ਸਾਹ ਲੈਣ ਤੋਂ ਭਾਵ ਹੈ ਵੀ ਉੱਥੇ ਵਿਸ਼ਰਾਮ ਦੇ ਦੇਣਾ। ਅੱਗੇ ਹੈ ਜੀ ਗਾਵਨ ਤੁਧਨੋ ਪੰਡਿਤ ਪੜਨ ਰਖੀਸ਼ਰ। ਗਾਵਨ ਤੁਧਨੋ ਪੰਡਿਤ, ਪੰਡਤ ਨਹੀਂ ਕਹਿ ਦੇਣਾ, ਡੱਡੇ ਨੂੰ ਸਿਹਾਰੀ ਲੱਗੀ ਹੋਈ ਹੈ ਨਾ। ਪੰਡਿਤ ਪੜਨ ਰਖੀਸ਼ਰ, ਜੁਗ ਜੁਗ ਵੇਦਾਂ ਨਾਲੇ। ਵੇਦਾਂ, ਇਹਨੂੰ ਵੇਦਾ ਇੱਦਾਂ ਨਹੀਂ ਪੜ੍ਹਨਾ, ਵੇਦਾਂ, ਚਾਰ ਵੇਦਾਂ ਦੀ ਗੱਲ ਹੋ ਰਹੀ ਆ, ਇਸ ਲਈ ਆਪਾਂ ਉਚਾਰਨ ਇਸ ਦਾ ਨਾਸਕੀ ਕਰਾਂਗੇ, ਵੇਦਾਂ ਨਾਲੇ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ। ਗਾਵਨ ਤੁਧਨੋ ਵਿਸ਼ਰਾਮ, ਮੋਹਣੀਆਂ ਮਨ ਮੋਹਨ, ਇੱਥੇ ਵਿਸ਼ਰਾਮ ਦੇ ਦੇਣਾ। ਸੁਰਗ ਮੱਛ ਪਿਆਲੇ। ਸੁਰਗ ਮੱਛ ਪਿਆਲੇ, ਮੱਛ, ਇਹਨੂੰ ਮੱਸ ਜਾਂ ਮੱਛ ਇੱਦਾਂ ਨਹੀਂ, ਮੱਛ ਪਿਆਲੇ। ਸੱਸਾ, ਸੱਸੇ ਪੈਰ ਬਿੰਦੀ ਜੋ ਸ਼ੇਰ ਵਾਲਾ ਹੁੰਦਾ ਉਹ, ਤੇ ਇੱਕ ਜੋ ਛੇ ਵਾਲਾ ਹੁੰਦਾ ਚੱਚਾ ਛੱਛਾ, ਇਹਨਾਂ ਤਿੰਨਾਂ ਦਾ ਉਚਾਰਨ ਥੋੜਾ ਆਪ ਜੀ ਨੇ ਧਿਆਨ 'ਚ ਰੱਖਣਾ। ਪਿਆਲੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ। ਗਾਵਨ ਤੁਧਨੋ ਜੋਧ ਮਹਾਬਲ ਸੂਰਾ। ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ। ਬ੍ਰਹਮੰਡਾ ਸ਼ਬਦ ਆਪਾਂ ਇੱਥੇ ਪੜ੍ਹਨਾ ਹੈ। ਕਰ ਕਰ ਰੱਖੇ ਤੇਰੇ ਧਾਰੇ। ਕਰ ਕਰ ਰੱਖੇ ਤੇਰੇ ਧਾਰੇ, ਇਹ ਪੰਕਤੀ ਵੱਖਰੀ ਹੈ, ਮਤਲਬ ਵੱਖਰੀ ਤੋਂ ਭਾਵ ਸਪੇਸ ਤੋਂ ਬਾਅਦ ਦੀ ਹੈ। ਬ੍ਰਹਮੰਡਾ ਤੇ ਆਪਾਂ ਵਿਸ਼ਰਾਮ ਦੇਣਾ ਹੈ। ਉਸ ਤੋਂ ਪਹਿਲਾਂ ਗਾਵਨ ਤੁਧਨੋ ਤੇ ਵਿਸ਼ਰਾਮ ਦੇਣਾ ਹੈ। ਮੈਂ ਫਿਰ ਪੜ੍ਹਦੇ ਤੁਕ ਨੂੰ ਇੱਕ ਵਾਰੀ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਫਿਰ ਸੇਈ ਤੁਧਨੋ ਗਾਵਨ, ਇੱਥੇ ਵਿਸ਼ਰਾਮ। ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਰੱਤੇ ਤੇਰੇ ਭਗਤ ਰਸਾਲੇ, ਇਹਨੂੰ ਰਤੇ ਨਹੀਂ ਪੜ੍ਹਨਾ ਹੈ। ਰਤੇ ਤੇਰੇ ਭਗਤ ਨਹੀਂ, ਰੱਤੇ ਮਤਲਬ ਰੰਗੇ ਹੋਏ। ਰੱਤੇ ਤੇਰੇ ਭਗਤ ਰਸਾਲੇ। ਫਿਰ ਅੱਗੇ ਹੈ ਜੀ ਹੋਰ ਕੇਤੇ ਤੁਧਨੋ ਗਾਵਨ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨਾ ਆਵਨ। ਨਾਨਕ ਕਿਆ ਵਿਚਾਰੇ। ਇਸ ਤਰੀਕੇ ਨਾਲ ਪਾਠ ਕਰਨਾ ਹੈ। ਹੋਰ ਕੇਤੇ ਤੁਧਨੋ ਗਾਵਨ, ਇੱਥੇ ਵਿਸ਼ਰਾਮ।
ਸੇ ਮੈਂ ਚਿਤਨਾ ਅਵਨ। ਸੇ ਸੱਸੇ ਨੂੰ ਲਾਂ ਲੱਗੀ ਹੋਈ ਹੈ, ਉਚਾਰਨ ਆਪਾਂ ਲਮਕਾ ਕੇ ਕਰਨਾ ਹੈ। ਸੇ ਮੈਂ ਚਿਤਨਾ ਅਵਨ ਨਾਨਕ ਕਿਆ ਵਿਚਾਰੇ। ਅੱਗੇ ਹੈ ਜੀ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਇੱਦਾਂ ਪਾਠ ਕਰਨਾ ਹੈ ਇਸਦਾ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਗਿਆਨੀ ਹਰਬੰਸ ਸਿੰਘ ਜੀ ਨੇ ਇੱਥੇ ਵਿਸ਼ਰਾਮ ਦੀ ਜੋ ਸੇਧ ਹੈ ਉਹ ਦਿੱਤੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਇਹ ਵੀ ਦਰੁਸਤ ਹੈ, ਇਹ ਵੀ ਠੀਕ ਜਾਪਦੀ ਆ, ਪਰ ਜੇਕਰ ਤੁਸੀਂ ਇਸ ਨੂੰ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਇੱਦਾਂ ਵੀ ਪੜ੍ਹ ਲਓਗੇ ਤਾਂ ਵੀ ਗਲਤ ਨਹੀਂ ਹੈਗਾ। ਫਿਰ ਵੀ ਇਸ ਵਿੱਚ ਕੋਈ ਜਿਹੜੀ ਹੈਗੀ ਆ ਉਹ ਗਲਤੀ ਕਿਸੇ ਪ੍ਰਕਾਰ ਦੀ ਉਹ ਨਹੀਂ ਹੈਗੀ। ਅੱਗੇ ਹੈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਇੱਥੇ ਥੋੜਾ ਧਿਆਨ ਦੇਣਾ ਹੈ ਤੁਕ ਦਾ ਪਾਠ ਕਰਨ ਵੇਲੇ। ਰੰਗੀ ਰੰਗੀ ਭਾਂਤੀ, ਇਹ ਜਿਹੜੇ ਸ਼ਬਦ ਨੇ ਨਾ, ਤਿੰਨੇ ਸ਼ਬਦ ਪਹਿਲੇ ਰੰਗੀ ਰੰਗੀ ਭਾਂਤੀ, ਇਹ ਤਿੰਨੇ ਸ਼ਬਦ ਬਹੁਵਚਨ ਹਨ। ਇਹਦਾ ਮਤਲਬ ਹੈ ਰੰਗਾਂ ਰੰਗਾਂ ਤੇ ਭਾਂਤਾਂ ਭਾਂਤਾਂ ਦੇ। ਆਪਾਂ ਕਹਿ ਦਿੰਦੇ ਨਾ ਕਈ ਭਾਂਤ ਦੀ ਚੀਜ਼ ਹੈ ਜਾਂ ਕਈ ਭਾਂਤਾਂ ਦੀਆਂ ਚੀਜ਼ਾਂ ਉੱਥੇ ਪਈਆਂ ਨੇ, ਸੋ ਉਹ ਸ਼ਬਦ ਇੱਥੇ ਵਰਤਿਆ ਹੋਇਆ ਹੈ। ਇਸ ਲਈ ਆਪਾਂ ਇਸ ਨੂੰ ਭਾਤੀ ਨਹੀਂ ਪੜਾਂਗੇ, ਇਹਨੂੰ ਭਾਂਤੀ ਪੜਾਂਗੇ ਆਪਾਂ, ਮਤਲਬ ਭਾਂਤਾਂ ਦੀ ਗੱਲ ਹੋ ਰਹੀ ਹੈ ਇੱਥੇ। ਰੰਗੀ ਰੰਗੀ ਭਾਂਤੀ ਨਾਸਕੀ ਉਚਾਰਨ ਕਰਾਂਗੇ ਕਿਉਂਕਿ ਕਈ ਰੰਗਾਂ ਦੀ ਗੱਲ ਹੋ ਰਹੀ ਆ। ਵਿਸ਼ਰਾਮ ਦੇਾਂਗੇ ਭਾਂਤੀ ਸ਼ਬਦ ਉੱਪਰ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਇੱਦਾਂ ਆਪਾਂ ਇਸ ਤੁਕ ਦਾ ਪਾਠ ਕਰਾਂਗੇ। ਕਰ ਕਰ ਦੇਖੈ ਕੀਤਾ ਆਪਣਾ, ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ਇਸ ਤਰੀਕੇ ਨਾਲ ਪਾਠ ਕਰਾਂਗੇ। ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਇਹ ਤੁਕ ਦੇ ਅੰਦਰ ਫਿਰ ਸ਼ਬਦ ਨੂੰ ਥੋੜਾ ਨਖੇੜ ਕੇ ਅੱਡ ਕਰਕੇ ਪੜਾਂਗੇ। ਫਿਰ ਸੁਣ ਲਓ। ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਨ ਸ਼ਬਦ ਹੈ ਇੱਥੇ ਨੰਨਾ ਮੁਕਤਾ, ਇਹਨੂੰ ਲਮਕਾ ਕੇ ਨਾ ਇੱਦਾਂ ਪਾਠ ਨਹੀਂ ਕਰਨਾ। ਅਸਲ ਵਿੱਚ ਇਹ ਨਾ ਵਾਚਕ ਦਾ ਸੰਖੇਪ ਰੂਪ ਆ, ਲਘੂ ਰੂਪ ਆ ਉਸਦਾ। ਇਸ ਲਈ ਆਪਾਂ ਇਸ ਨੂੰ ਪੜਾਂਗੇ ਹੁਕਮ ਨਾ ਕਰਨਾ ਜਾਈ। ਨਾ ਬਸ ਇੰਨਾ ਹੀ ਪਾਠ ਕਰਨਾ। ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ। ਸੋ ਪਾਤਸ਼ਾਹ, ਪਾਤਸ਼ਾਹ ਨਹੀਂ ਪੜਨਾ, ਸਾਹ ਮਤਲਬ ਇਹਦਾ ਪਾਠ ਆਪਾਂ ਸਾਹ ਹੁੰਦਾ ਜਿਹੜਾ ਆਪਾਂ ਸਾਹ ਲੈ ਰਹੇ ਹਾਂ ਨਾ, ਇਹਦਾ ਸਾਹ ਲੈਣਾ ਸਾਹ ਛੱਡ ਦੇਣਾ ਹੈ ਨਾ। ਇੱਕ ਹੁੰਦਾ ਸਾਹ ਲੈਣਾ, ਇੱਕ ਹੁੰਦਾ ਸ਼ਾਹ। ਸ਼ਾਹ ਦਾ ਅਰਥ ਹੁੰਦਾ ਸ਼ਾਹੂਕਾਰ, ਤੇ ਜਿਹੜਾ ਇੱਥੇ ਸ਼ਬਦ ਹੈ ਨਾ ਉਹ ਹੈ ਪਾਤਸ਼ਾਹ। ਪਾਤਸ਼ਾਹ ਦਾ ਮਤਲਬ ਹੁੰਦਾ ਹੈ ਜੋ ਸਭ ਤੋਂ ਹੀ ਵੱਡਾ ਪਾਤਸ਼ਾਹ ਹੈ, ਸਭ ਤੋਂ ਹੀ ਵੱਡਾ ਪਾਤਸ਼ਾਹ ਹੈ, ਉਸ ਦੀ ਗੱਲ ਹੋ ਰਹੀ ਆ। ਤੇ ਇਸ ਲਈ ਆਪਾਂ ਇਹਨੂੰ ਪਾਤਸ਼ਾਹ ਨਹੀਂ ਪੜ੍ਹਨ ਤੋਂ ਆਪ ਜੀ ਗੁਰੇਜ਼ ਕਰਿਓ। ਪਾਤਸ਼ਾਹ ਸੱਸੇ ਪੈਰ ਬਿੰਦੀ ਨਾਲ ਪਾਠ ਕਰਿਓ। ਸੋ ਪਾਤਸ਼ਾਹ ਸ਼ਾਹਾਂ ਪਤ ਸਾਹਿਬ। ਪਤ ਸਾਹਿਬ ਇੱਥੇ ਪਾਤ ਸਾਹਿਬ ਨਹੀਂ ਹੈਗਾ, ਪੱਪਾ ਤੱਤਾ ਹੈ। ਪਤ ਸਾਹਿਬ ਨਾਨਕ ਰਹਿਣ ਰਜ਼ਾਈ। ਨਾਨਕ ਤੇ ਵਿਸ਼ਰਾਮ ਦੇ ਕੇ ਰਹਿਣ ਰਜ਼ਾਈ। ਰਜ਼ਾਈ ਜੱਜੇ ਪੈਰ ਬਿੰਦੀ, ਰਜ਼ਾਈ ਦੀ ਗੱਲ ਹੋ ਰਹੀ ਆ। ਸੋ ਇੱਥੇ ਸੋਦਰ ਬਾਣੀ ਦਾ ਪਹਿਲਾ ਸ਼ਬਦ ਕੰਪਲੀਟ ਹੋ ਗਿਆ। ਇਸ ਤੋਂ ਅੱਗੇ ਸੋਦਰ ਬਾਣੀ ਦਾ ਜੋ ਦੂਸਰਾ ਸ਼ਬਦ ਹੈ ਉਹ ਸ਼ੁਰੂ ਹੁੰਦਾ ਹੈ, ਉਹ ਵੀ ਆਸਾ ਰਾਗ ਦੇ ਵਿੱਚ ਆ। ਫਿਲਹਾਲ ਜਦ ਤੱਕ ਨਿਤਨੇਮ ਦੀ ਬਾਣੀ ਚੱਲੂ ਉਸ ਵੇਲੇ ਤੱਕ ਆਪ ਜੀ ਦੇ ਨਾਲ ਇੱਦਾਂ ਹੀ ਮੈਂ ਬੇਨਤੀ ਦੀ ਸਾਂਝ ਪਾਵਾਂਗਾ। ਅੱਗੇ ਜਿਵੇਂ ਜਿਵੇਂ ਰਾਗਾਂ ਦੀ ਬਾਣੀ ਸ਼ੁਰੂ ਹੋ ਜਾਏਗੀ ਸ੍ਰੀ ਰਾਗ ਤੋਂ ਅੱਗੇ ਚੱਲ ਕੇ, ਤਿਵੇਂ ਤਿਵੇਂ ਥੋੜ੍ਹੀ ਥੋੜ੍ਹੀ ਜਾਣਕਾਰੀ ਆਪਾਂ ਜੋ ਰਾਗ ਹਨ ਉਹਨਾਂ ਦੀ ਵੀ ਸਾਂਝੀ ਕਰਦੇ ਜਾਵਾਂਗੇ। ਰਾਗ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਕਿਹੜਾ ਆਇਆ, ਕਿੱਥੇ ਵਰਤਿਆ ਗਿਆ, ਕਿਵੇਂ ਵਰਤਿਆ, ਉਸ ਨੂੰ ਗਾਉਣ ਦਾ ਵੇਲਾ ਕੀ ਆ, ਉਹਨਾਂ ਚੀਜ਼ਾਂ ਦੀ ਆਪਾਂ ਸੰਖੇਪ ਦੇ ਵਿੱਚ ਲੋੜ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਨੂੰ ਸਪਸ਼ਟ ਕਰਨਾ ਹੋਏਗਾ ਉਹ ਆਪਾਂ ਨਾਲ ਦੀ ਨਾਲ ਕਰਦੇ ਚੱਲਾਂਗੇ। ਫਿਲਹਾਲ ਨਿਤਨੇਮ ਦੀ ਬਾਣੀ ਨੂੰ ਕੰਟੀਨਿਊ ਲੈ ਕੇ ਚੱਲਦੇ ਹਾਂ। ਅਗਲਾ ਸ਼ਬਦ ਹੈ ਆਸਾ। ਮਹਲਾ ਪਹਿਲਾ। ਆਸਾ ਰਾਗ ਦਾ ਨਾਮ ਆ, ਮਹਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਸੁਣ ਵੱਡਾ ਆਖੈ ਸਭ ਕੋਏ। ਸੁਣ ਤੇ ਵਿਸ਼ਰਾਮ ਦੇਣਾ। ਸੁਣ ਦੇ ਨਾਣੇ ਨੂੰ ਸਿਹਾਰੀ ਹੈ, ਇਹਦਾ ਮਤਲਬ ਹੈ ਸੁਣ ਕੇ। ਸੁਣ ਤੇ ਵਿਸ਼ਰਾਮ ਦੇਣਾ ਆਪਾਂ।
ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੇਵਡ ਵੱਡਾ, ਇੱਥੇ ਵਿਸ਼ਰਾਮ ਦੇ ਕੇ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ। ਕੀਮਤ ਪਾਏ, ਇੱਥੇ ਵਿਸ਼ਰਾਮ, ਨ ਕਹਿਆ ਜਾਏ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਕਹਿਣੇ ਵਾਲੇ, ਕਹਿਣ ਵਾਲੇ ਮਤਲਬ ਕਹਿਣੇ ਵਾਲੇ ਤੇਰੇ ਰਹੇ ਸਮਾਏ, ਜੋ ਕਹਿਣ ਵਾਲੇ ਹਨ, ਕਹਿਣ ਵਾਲੇ ਹਨ। ਦੁਲਾਵਾਂ ਦਾ ਉਚਾਰਨ ਧਿਆਨ ਚ ਰੱਖਣਾ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਅੱਗੇ ਹੈ ਜੀ, ਗੁਰੂ ਸਾਹਿਬ ਨੇ ਲਿਖਿਆ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਇਹਦਾ ਪਾਠ ਕਰਨਾ। ਵੱਡੇ ਮੇਰੇ ਸਾਹਿਬਾ, ਇੱਥੇ ਵਿਸ਼ਰਾਮ, ਗਹਿਰ ਗੰਭੀਰਾ, ਇਹ ਸ਼ਬਦ ਗੱਗਾ ਹਾਹੇ ਨੁਸਿਹਾਰੀ ਰਾਰਾ, ਗਹਿਰ ਗੰਭੀਰਾ ਇਹਦਾ ਉਚਾਰਨ ਕੀਤਾ। ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ। ਕੋਈ ਨਾ ਜਾਣੈ, ਇੱਥੇ ਵਿਸ਼ਰਾਮ। ਇੱਕ ਮੈਂ ਇੱਥੇ ਬੇਨਤੀ ਕਰਦੇ ਹਾਂ, ਜਦੋਂ ਈੜੀ ਨੂੰ ਸਿਹਾਰੀ ਆ ਜਾਂਦੀ ਹੈ ਨਾ, ਜਿਵੇਂ ਕੱਕੇ ਨੂੰ ਹੋੜਾ, ਈੜੀ ਨੂੰ ਸਿਹਾਰੀ, ਈੜੀ ਨੂੰ ਸਿਹਾਰੀ ਜਿਹੜੀ ਹੈ ਇਹ ਲਘੂ ਮਾਤਰਾ ਆ। ਸਿਹਾਰੀ ਤੇ ਔਂਕੜ ਗੁਰਬਾਣੀ ਪੰਜਾਬੀ ਵਰਨਮਾਲਾ ਦੇ ਜਿਉਂ ਲਗਾ ਹਨ, ਜਿਨ੍ਹਾਂ ਨੂੰ ਆਪਾਂ ਮਾਤਰਾਵਾਂ ਵੀ ਕਹਿ ਦਿੰਦੇ ਹਾਂ, ਇਹ ਲਘੂ ਮਾਤਰਾਵਾਂ ਨੇ, ਔਂਕੜ ਤੇ ਸਿਹਾਰੀ। ਇਸ ਲਈ ਆਪਾਂ ਇਹਨਾਂ ਦਾ ਉਚਾਰਨ ਲਘੂ ਹੀ ਕਰਨਾ, ਛੋਟਾ ਉਚਾਰਨ, ਘੱਟ ਉਚਾਰਨ ਹੀ ਰੱਖਣਾ। ਇਹਨਾਂ ਦਾ ਉਚਾਰਨ ਆਪਾਂ ਲੋੜ ਤੋਂ ਵਧੇਰੇ ਲਮਕਾਉਣਾ ਨਹੀਂ ਹੈਗਾ। ਜਿਵੇਂ ਇੱਥੇ ਆਇਆ ਨਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ। ਹੁਣ ਇਹਨੂੰ ਕੋਏ ਇੱਦਾਂ ਲਮਕਾ ਕੇ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਇਹ ਦੀਰਘ ਮਾਤਰਾ ਨਹੀਂ ਹੈਗੀ, ਇਹ ਲਘੂ ਮਾਤਰਾ ਆ। ਥੋੜ੍ਹਾ ਜਿਹਾ ਆਪ ਜੀ, ਕਿਉਂਕਿ ਜਿਹੜੀ ਮੁਹਾਰਨੀ ਹੁੰਦੀ ਹੈ, ਮੁਹਾਰਨੀ ਦੀ ਸਪਸ਼ਟਤਾ ਆ, ਜੇ ਸਾਹਮਣੇ ਬੈਠਾ ਬੰਦਾ ਹੋਵੇ ਤਾਂ ਉਹ ਉਚਾਰਨ ਨੂੰ ਦਰੁਸਤ ਕਰਾ ਸਕਦਾ। ਮੈਂ ਸਿਰਫ ਤੁਹਾਨੂੰ ਦੱਸ ਰਿਹਾ ਤੇ ਤੁਸੀਂ ਸੁਣਨਾ, ਤੇ ਆਪਣੇ ਆਪ ਦੇ ਵਿੱਚ ਆਪ ਜੀ ਨੇ ਇਹ ਚੀਜ਼ ਲੈ ਕੇ ਆਉਣੀ ਆ। ਕੰਨਾ ਆ ਜਿਹੜਾ, ਇਹ ਦੀਰਘ ਮਾਤਰਾ ਆ। ਲਾਂ ਦੀਰਘ ਮਾਤਰਾ, ਦੁਲਾਂ ਦੀਰਘ ਮਾਤਰਾ, ਹੋੜਾ ਦੀਰਘ ਮਾਤਰਾ, ਕਨੌੜਾ ਦੀਰਘ ਮਾਤਰਾ, ਦੁਲੈਂਕੜ ਦੀਰਘ ਮਾਤਰਾ ਆ। ਇਹ ਦੀਰਘ ਮਾਤਰਾਵਾਂ ਨੇ। ਤੇ ਔਂਕੜ ਔਰ ਸਿਹਾਰੀ ਇਹ ਲਘੂ ਮਾਤਰਾਵਾਂ ਨੇ। ਇਹਨਾਂ ਦਾ ਉਚਾਰਨ ਆਪਾਂ ਬਹੁਤ ਥੋੜ੍ਹਾ ਕਰਨਾ ਹੁੰਦਾ। ਸੋ ਇੱਥੇ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ, ਇੱਦਾਂ ਪਾਠ ਕਰਨਾ। ਅੱਗੇ ਹੈ ਜੀ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਇੱਦਾਂ ਪਾਠ ਕਰਨਾ। ਸਭ ਸੁਰਤੀ ਮਿਲ, ਸੁਰਤੀ ਪਾਠ ਨਹੀਂ ਕਰਨਾ, ਇਹਨੂੰ ਨਾਸਕੀ ਉਚਾਰਨ ਕਰਨਾ। ਸੁਰਤੀ ਮਤਲਬ ਸੁਰਤਾਂ ਨੇ, ਸੁਰਤਾਂ ਵਾਲਿਆਂ ਨੇ, ਜਿਹੜੇ ਉੱਚੀਆਂ ਸੁਰਤਾਂ ਹੋਣ ਦਾ ਦਾਅਵਾ ਕਰਦੇ ਸੀ, ਜਿਹੜੇ ਕਹਿੰਦੇ ਸੀ ਵੀ ਸਾਡੀਆਂ ਸੁਰਤਾਂ ਬਹੁਤ ਉੱਚੀਆਂ ਨੇ, ਉਹਨਾਂ ਦੀ ਗੱਲ ਇੱਥੇ ਗੁਰੂ ਮਹਾਰਾਜ ਕਰ ਰਹੇ ਨੇ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਅੱਗੇ ਹੈ, ਗਿਆਨੀ ਧਿਆਨੀ ਗੁਰ ਗੁਰ ਹਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਵਿਸ਼ਰਾਮ ਦਾ ਧਿਆਨ ਰੱਖਣਾ ਆਪ ਜੀ ਨੇ। ਸਭ ਸਤ ਸਭ ਤਪ ਸਭ ਚੰਗਿਆਈਆਂ, ਵਿਸ਼ਰਾਮ ਦੀ ਗੌਰ ਰੱਖਣੀ ਆ। ਸਭ ਸਤ ਸਭ ਤਪ ਸਭ ਚੰਗਿਆਈਆਂ, ਚੰਗਿਆਈਆਂ ਬਹੁਵਚਨ ਹੈ, ਇਹਨੂੰ ਚੰਗਿਆਈਆ ਇੱਦਾਂ ਨਾ ਪੜਿਓ, ਬਹੁਵਚਨ ਹੈ ਚੰਗਿਆਈਆਂ। ਸੋ ਇਸੇ ਰੂਪ ਦੇ ਵਿੱਚ ਆਪ ਜੀ ਨੇ ਨਾਸਕੀ ਬਿੰਦੀ ਸਹਿਤ ਉਚਾਰਨ ਕਰਨਾ। ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਇਹਨੂੰ ਸਿੱਧਾ ਪੁਰਖਾ ਕੀਆ ਵਡਿਆਈਆ ਇੱਦਾਂ ਪਾਠ ਨਾ ਕਰਿਓ। ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਇੱਕ ਹੁੰਦਾ ਸਿੱਧਾ, ਸਿੱਧਾ ਦਾ ਅਰਥ ਤੁਸੀਂ ਸਮਝਦੇ ਆ ਵੀ ਸਿੱਧਾ ਤੇ ਵਿੰਗਾ, ਹਨਾ, ਇਹ ਬਣ ਜਾਂਦਾ। ਇੱਕ ਹੁੰਦਾ ਸਿੱਧਾਂ, ਸਿੱਧਾਂ ਦਾ ਮਤਲਬ ਇਹ ਵੀ ਸਿੱਧ ਜਿਹੜੇ ਹੁੰਦੇ ਆ, ਉਹ ਬਹੁਤੇ ਸਿੱਧਾਂ ਦੀ ਗੱਲ ਇੱਥੇ ਹੋ ਰਹੀ ਆ। ਸਿੱਧੀਆਂ ਕਰਨ ਵਾਲੇ ਜਿਹੜੇ ਬਹੁਤੇ ਲੋਕ ਨੇ, ਰਿੱਧੀਆਂ ਸਿੱਧੀਆਂ ਇਤਿਆਦਿਕ ਦੀ ਗੱਲ ਆਪ ਜੀ ਜਾਣਦੇ ਹੋ। ਸਿੱਧ ਇੱਕ ਪ੍ਰਕਾਰ ਦੇ ਇਹ ਫਿਰਕਾ ਹੁੰਦਾ ਸੀ ਧਾਰਮਿਕ ਲੋਕਾਂ ਦਾ। ਗੁਰੂ ਨਾਨਕ ਮਹਾਰਾਜ ਜੀ ਦੀਆਂ ਗੋਸ਼ਟਾਂ ਇਹਨਾਂ ਸਿੱਧਾਂ ਨਾਲ ਹੋਈਆਂ ਨੇ ਕਈ ਥਾਵਾਂ ਤੇ। ਸੋ ਉਹਨਾਂ ਸਿੱਧਾਂ ਪੁਰਖਾਂ ਦੀਆਂ ਗੱਲਾਂ ਗੁਰੂ ਮਹਾਰਾਜ ਕਰ ਰਹੇ ਨੇ ਇੱਥੇ। ਆਸ਼ਾ ਕਹਿਣ ਲੱਗੇ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਨਾਸਕੀ ਉਚਾਰਨ ਚਾਰੇ ਸ਼ਬਦਾਂ ਦਾ। ਆਪ ਜੀ ਕਹਿੰਦੇ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ। ਹੁਣ ਇੱਥੇ ਤੁਧ ਵਿਣ,
मतलब तेरे तो बिना। सिद्धि किनै ਨਾ ਪਾਈਆ। ਸਿੱਧੀ ਦਾ ਅਰਥ ਹੁੰਦਾ ਸਫਲਤਾ, ਜੀਵਨ ਦੇ ਵਿੱਚ ਕਾਮਯਾਬੀ, ਵੱਡੀ ਪ੍ਰਾਪਤੀ। ਤੁਧ ਬਿਨ, ਹੇ ਪ੍ਰਭੂ ਤੇਰੇ ਤੋਂ ਬਿਨਾ ਸਿੱਧੀ ਕਿਨੈ ਨਾ ਪਾਈਆ, ਕਿਸੇ ਨੇ ਵੀ ਸਿੱਧੀ ਸਫਲਤਾ ਦੀ ਪ੍ਰਾਪਤੀ ਨਹੀਂ ਕੀਤੀ। ਇੱਥੇ ਮੈਂ ਉਚਾਰਨ ਦੇ ਸੰਬੰਧ 'ਚ ਆਪ ਜੀ ਨੂੰ ਬੇਨਤੀ ਕਰਦਿਆਂ, ਤੁਧ ਬਿਨ ਵਿਸ਼ਰਾਮ ਸਿੱਧੀ ਕਿਨੈ ਨਾ ਪਾਈਆ। ਪਾਈਆ ਇੱਥੇ ਬਿੰਦੀ ਨਹੀਂ ਲਾਉਣੀ, ਇੱਥੇ ਪਾਈਆਂ ਨਹੀਂ ਕਹਿਣਾ, ਪਾਈਆ। ਇੱਥੇ ਇੱਕ ਵਚਨ ਦੀ ਗੱਲ ਹੋ ਰਹੀ ਆ, ਇਸ ਲਈ ਇਸ ਤੁਕ ਵਿੱਚ ਬਿੰਦੀ ਨਹੀਂ ਲੱਗੇਗੀ। ਅੱਗੇ ਹੈ ਜੀ, ਕਰਮ ਮਿਲੈ ਨਾਹੀ ਠਾਕ ਰਹਾਈਆ। ਕਰਮ ਮਿਲੈ ਨਾਹੀ ਠਾਕ ਰਹਾਈਆ। ਰਹਾਈਆ ਪੜ੍ਹਨਾ, ਰਹਾਈਆਂ ਨਹੀਂ ਪੜ੍ਹਨਾ, ਇੱਥੇ ਰਹਾਈਆ ਬਿਨਾਂ ਬਿੰਦੀ ਤੋਂ ਪੜ੍ਹਨਾ। ਆਖਣ ਵਾਲਾ ਕਿਆ ਵਿਚਾਰਾ। ਆਖਣ ਵਾਲਾ ਵਿਸ਼ਰਾਮ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਇੱਥੇ ਪਾਠ ਕਰਨੇ ਆਪ ਜੀ ਨੇ, ਸਿਫਤੀ ਭਰੇ ਤੇਰੇ ਭੰਡਾਰਾ, ਸਿਫਤਾਂ ਦੇ ਨਾਲ ਭਰੇ ਹੋਏ ਹਨ ਤੇਰੇ ਭੰਡਾਰੇ। ਜਿਸ ਤੂੰ ਦੇਹ ਤਿਸੈ ਕਿਆ ਚਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ। ਹੁਣ ਇਹ ਜਿਹੜਾ ਇੱਥੇ ਸ਼ਬਦ ਹੈ ਨਾ, ਦੇਹ, ਇਹ ਮੱਧਮ ਪੁਰਖ ਦੀ ਕਿਰਿਆ ਵਾ ਵਰਤਮਾਨ ਕਾਲ ਦੀ, ਤੇ ਇਸ ਦਾ ਅਰਥ ਬਣਦਾ ਹੈ ਤੂੰ ਦਿੰਦਾ ਹੈ। ਤੂੰ ਦਿੰਦਾ ਹੈ, ਇਸ ਲਈ ਆਪਾਂ ਇਸ ਦਾ ਉਚਾਰਨ ਕਰਾਂਗੇ ਦੇਹ ਨਾਸਕੀ। ਨਾਸਕੀ ਉਚਾਰਨ ਨੱਕ ਚੋਂ ਕਰਾਂਗੇ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਨਾਨਕ ਸ਼ਬਦ ਉੱਪਰ ਆਪਾਂ ਵਿਸ਼ਰਾਮ ਦੇਵਾਂਗੇ, ਨਾਨਕ ਸੱਚ ਸਵਾਰਨਹਾਰਾ। ਸੋ ਇੱਥੇ ਆ ਕੇ ਦੂਜਾ ਸ਼ਬਦ ਹੈ ਜਿਹੜਾ ਸੋਦਰ ਬਾਣੀ ਦਾ, ਉਹ ਕੰਪਲੀਟ ਹੋ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ। ਤੇ ਅੱਗੇ ਤੀਜਾ ਸ਼ਬਦ ਸ਼ੁਰੂ ਹੋ ਜਾਂਦਾ ਹੈ, ਆਸਾ ਮਹਲਾ ਪਹਿਲਾ। ਇਹ ਸ਼ਬਦ ਵੀ ਰਾਗ ਆਸਾ ਦਾ ਹੈ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ। ਆਖਾਂ ਜੀਵਾਂ ਨਾਸਕੀ ਉਚਾਰਨ, ਵਿਸਰੈ ਮਰ ਜਾਉ। ਵਿਸਰੇ ਨਹੀਂ ਪੜ੍ਹਨਾ ਇਹਨੂੰ, ਲਾਂ ਤੇ ਦੋ ਲਾਂ, ਇਹਦਾ ਖਾਸ ਧਿਆਨ ਰੱਖਣਾ ਆਪ ਜੀ ਨੇ ਪੜ੍ਹਨ ਵੇਲੇ। ਲਾਂ ਦਾ ਉਚਾਰਨ ਏ ਇੱਦਾਂ ਹੁੰਦਾ, ਦੁਲਾਂ ਦਾ ਉਚਾਰਨ ਐ ਇੱਦਾਂ ਹੁੰਦਾ। ਸੋ ਇੱਥੇ ਵਿਸਰੇ ਨਹੀਂ ਪੜ੍ਹਨਾ, ਵਿਸਰੈ, ਦੋ ਲਾਵਾਂ ਲੱਗੀਆਂ ਹੋਈਆਂ। ਇਸ ਤਰੀਕੇ ਨਾਲ ਆਪ ਜੀ ਨੇ ਪਾਠ ਕਰਨਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਆਖਣ ਔਖਾ ਸਾਚਾ ਨਾਉ। ਅੱਗੇ ਹੈ, ਸਾਚੇ ਨਾਮ ਕੀ ਲਾਗੈ ਭੂਖ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖ ਹੈ ਖਾਏ ਚਲੀਆਂ ਦੂਖ। ਉਤ ਭੂਖ ਹੈ, ਇੱਥੇ ਵਿਸ਼ਰਾਮ। ਖਾਏ ਚਲੀਆਂ ਦੂਖ, ਚਲੀਆਂ ਚਲੇ ਜਾਂਦੇ ਹਨ, ਬਹੁਵਚਨੀ ਕਿਰਿਆ ਹੈ, ਉਚਾਰਨ ਨਾਸਕੀ ਹੋਏਗਾ, ਚਲੀਆਂ ਦੂਖ। ਅੱਗੇ ਹੈ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਸੋ ਕਿਉਂ ਵਿਸਰੈ, ਕਿਉਂ, ਇਹਦਾ ਉਚਾਰਨ ਆਪਾਂ ਕਿਉਂ ਕਰਨਾ, ਕਿਉਂ ਇੱਦਾਂ ਉਚਾਰਨ ਨਹੀਂ ਕਰਨਾ ਹੈ। ਸੋ ਕਿਉਂ ਵਿਸਰੈ, ਇੱਥੇ ਵਿਸ਼ਰਾਮ, ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ। ਸਾਚੇ ਨਾਮ ਕੀ ਤਿਲ ਵਡਿਆਈ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ। ਇੱਥੇ ਵਿਸ਼ਰਾਮ, ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ। ਜੇ ਇਹਨੂੰ ਨਖੇੜ ਕੇ ਸਭ ਮਿਲ ਕੇ, ਇੱਥੇ ਵਿਸ਼ਰਾਮ, ਆਖਣ ਪਾਹੇ। ਪਾਹੇ ਪੱਪੇ ਕੰਨਾ, ਹਾਹੇ ਨੂੰ ਸਿਹਾਰੀ ਹੈ ਨਾ, ਇਹ ਜਿਹੜੀ ਹਾਹੇ ਨੂੰ ਸਿਹਾਰੀ ਹੈ ਇਹ ਲਘੂ ਮਾਤਰਾ, ਇਹਨੂੰ ਆਪਾਂ ਨਾਸਕੀ ਪੜ੍ਹਨਾ, ਕਿਉਂਕਿ ਬਹੁਵਚਨੀ ਕਿਰਿਆ ਹੈ, ਬਹੁਤਿਆਂ ਦੀ ਗੱਲ ਹੋ ਰਹੀ ਆ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਵੱਡਾ ਨਾ ਹੋਵੇ, ਇੱਥੇ ਵਿਸ਼ਰਾਮ, ਘਾਟ ਨਾ ਜਾਏ। ਨਾ ਉਹ ਮਰੈ, ਨਾ ਉਹ ਮਰੈ, ਨਾ ਹੋਵੇ ਸੋਗ। ਨਾ ਉਹ ਮਰੈ, ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੂਕੈ ਭੋਗ। ਇਹਨੂੰ ਦੇਦਾ ਨਹੀਂ ਪੜ੍ਹਨਾ ਆਪ ਜੀ ਵਾਲੇ, ਵੀ ਦੇਦਾ ਰਹਿ, ਦੇਂਦਾ ਰਹਿ, ਦੇਂਦਾ ਰਹਿੰਦਾ ਹੈ, ਦੇਂਦਾ ਰਹਿ ਨਾ ਚੂਕੈ ਭੋਗ। ਰਹੇ ਨਹੀਂ ਪੜ੍ਹਨਾ, ਦੇਂਦਾ ਰਹੇ ਨਾ ਰਹਿ,
ਦੋ ਲਾਵਾਂ ਆ, ਦੋ ਲਾਵਾਂ ਦੇ ਉਚਾਰਨ ਦਾ ਧਿਆਨ ਆਪ ਜੀਆਂ ਨੇ ਰੱਖਣਾ। ਨਾ ਚੂਕੈ ਭੋਗ, ਚੂਕੇ ਨਹੀਂ ਪੜ੍ਹਨਾ, ਚੂਕੈ ਭੋਗ। ਅੱਗੇ ਹੈ ਜੀ, ਗੁਣ ਇਹੋ ਹੋਰ ਨਾਹੀ ਕੋਇ, ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਇਸ ਤਰੀਕੇ ਦੇ ਨਾਲ ਇਸ ਸ਼ਬਦ ਦਾ, ਇਸ ਤੁਕ ਦਾ ਪਾਠ ਆਪ ਜੀਆਂ ਨੇ ਕਰਨਾ ਹੈ। ਇਸ ਤੋਂ ਅੱਗੇ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਇਸ ਤਰੀਕੇ ਨਾਲ ਪਾਠ। ਖਸਮ ਵਿਸਾਰੈ ਤੇ ਕਮਜ਼ਾਤ, ਨਾਨਕ ਨਾਵੇਂ ਬਾਝ ਸਨਾਤ। ਖਸਮ ਵਿਸਾਰੈ ਬਹੁਵਚਨ ਹੈ, ਵਿਸਾਰੈ ਪੜਾਂਗੇ ਆਪਾਂ ਨਾਸਕੀ, ਤੇ ਕਮਜ਼ਾਤ, ਕਮਜ਼ਾਤ ਸ਼ਬਦ ਆਪਾਂ ਪੜਾਂਗੇ। ਨਾਨਕ ਇੱਥੇ ਵਿਸ਼ਰਾਮ ਦੇ ਕੇ, ਨਾਵੇਂ ਬਾਝ ਸਨਾਤ, ਨਾਵੇਂ ਨਾਮ ਤੋਂ ਬਿਨਾਂ ਅਪਾਦਾਨ ਕਾਰਕ ਹੈ, ਇਸ ਲਈ ਆਪਾਂ ਇਸ ਦਾ ਪਾਠ ਨਾਵੇਂ ਬਿੰਦੀ ਨਾਲ ਕਰਾਂਗੇ। ਬਾਝ ਸਨਾਤ। ਅੱਗੇ ਹੈ ਜੀ, ਰਾਗ ਗੂਜਰੀ ਮਹਲਾ ਚੌਥਾ। ਚੌਥਾ ਸ਼ਬਦ ਹੈ ਸੋਦਰ ਦਾ, ਗੂਜਰੀ ਰਾਗ ਦਾ, ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਹੈ। ਆਪ ਜੀ ਕਿਰਪਾ ਕਰਦੇ ਹਨ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰਉ ਗੁਰ ਪਾਸ। ਵਿਸ਼ਰਾਮ ਦਾ ਆਪ ਜੀ ਨੇ ਧਿਆਨ ਰੱਖਣਾ, ਉਚਾਰਨ ਮੈਂ ਦੱਸ ਦਿੰਦਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰਉ ਗੁਰ ਪਾਸ। ਕਰਉ ਉੱਤਮ ਪੁਰਖ ਦੀ ਕਿਰਿਆ ਹੈ, ਇਸ ਦਾ ਮਤਲਬ ਹੈ ਮੈਂ ਬੇਨਤੀ ਕਰਦਾ ਹਾਂ। ਬਿਨਉ ਕਰਉ ਗੁਰ ਪਾਸ, ਕਰਉ ਇਹਨੂੰ ਕਰੋ ਪਾਠ ਨਹੀਂ ਕਰਨਾ, ਕਰੋ ਪਾਠ ਨਹੀਂ ਕਰਨਾ, ਕਰਉ ਊੜੇ ਔਂਕੜ ਉੱਤੇ ਬਿੰਦੀ ਲਾ ਕੇ ਆਪ ਜੀ ਨੇ ਪਾਠ ਕਰਨਾ ਹੈ। ਬਿਨਉ ਕਰਉ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਸ਼ਰਨਾਈ ਸੱਸੇ ਪੈਰ ਬਿੰਦੀ, ਸ਼ਰਨਾਈ। ਕਰ ਦਇਆ ਨਾਮ ਪ੍ਰਗਾਸ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਫਿਰ ਸੁਣ ਲਓ, ਆਪ ਜੀ ਨੇ ਵਿਸ਼ਰਾਮ ਦਾ ਧਿਆਨ ਰੱਖਣਾ ਬਸ। ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ। ਗੁਰਮਤਿ ਕੀ ਹੈ ਜੀ? ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਜਿੱਥੇ ਮੈਂ ਥੋੜਾ ਜਿਹਾ ਪੌਜ਼ ਦਿੰਦਾ ਨਾ, ਹਲਕਾ ਜਿਹਾ, ਉੱਥੇ ਬਸ ਆਪ ਜੀ ਨੇ ਵਿਸ਼ਰਾਮ ਮੰਨ ਲੈਣਾ ਹੈ, ਵਿਸ਼ਰਾਮ ਸਮਝ ਲੈਣਾ ਹੈ। ਹਰ ਕੇ ਜਨ ਵੱਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਤ੍ਰਿਪਤਾਸੈ ਇੱਦਾਂ ਪਾਠ ਕਰਨਾ, ਬਹੁਵਚਨ ਕਿਰਿਆ ਹੈ, ਇਸ ਲਈ ਇਸ ਦਾ ਉਚਾਰਨ ਆਪਾਂ ਨਾਸਕੀ ਕਰਾਂਗੇ, ਨੱਕ ਚੋਂ ਆਪਾਂ ਇਸ ਦਾ ਉਚਾਰਨ ਕਰਾਂਗੇ, ਤ੍ਰਿਪਤਾਸੈ। ਅੱਗੇ ਹੈ ਜੀ ਅਗਲੀ ਤੁਕ ਇਸ ਸ਼ਬਦ ਦੀ, ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਧ੍ਰਿਗ ਜੀਵੇ ਧ੍ਰਿਗ ਜੀਵਾਸ, ਇਹਨੂੰ ਧਿਰਗ ਨਹੀਂ ਪੜਨਾ, ਰਾਰਾ ਪੈਰ 'ਚ ਆਪਾਂ ਉਚਾਰਨ ਇਸ ਦਾ ਪੈਰ ਵਿੱਚੋਂ ਹੀ ਕਰਨਾ ਹੈ। ਧ੍ਰਿਗ ਜੀਵੇ ਧ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਅੱਗੇ ਹੈ ਰਾਗ ਗੂਜਰੀ ਮਹਲਾ ਪੰਜਵਾਂ। ਰਾਗ ਗੂਜਰੀ ਹੈ, ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਕਾਹੇ ਰੇ ਮਨ ਚਿਤਵੈ ਉਦਮ, ਚਿਤਵੈ
ਤੂੰ ਚਿਤਵਦਾ ਹੈ। ਮਨ ਨੂੰ ਆਖੀ ਗਈ ਗੱਲ ਹੈ। ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਉ ਪਰਿਆ। ਜਾਂ ਜੱਜੇ ਕੰਨਾਂ ਉੱਤੇ ਬਿੰਦੀ ਲਾ ਕੇ ਪਾਠ ਕਰਨਾ। ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ। ਸੈਲ ਪੱਥਰ ਮਹਿ ਪਾਠ ਕਰਨਾ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜ਼ਕ ਆਗੈ ਕਰ ਧਰਿਆ। ਤਾਕਾ ਰਿਜ਼ਕ ਆਗੈ ਕਰ ਧਰਿਆ। ਇੱਥੇ ਤਾਂ ਕਾ ਕਹਿਣ ਤੋਂ ਥੋੜਾ ਗੁਰੇਜ਼ ਕਰਿਓ, ਕਿਉਂਕਿ ਇਹ ਸ਼ਬਦ ਪੜਨਾਵੀ ਰੂਪ ਦੇ ਵਿੱਚ ਆ। ਜਦੋਂ ਪੜਨਾਵੀ ਰੂਪ 'ਚ ਆਉਂਦਾ ਤੇ ਉਦੋਂ ਜੇ ਆਪਾਂ ਇਹਨੂੰ ਤਾਂ ਪੜ੍ਹ ਦਿਆਂਗੇ, ਫਿਰ ਇਹਨੇ ਪੜਨਾਮ ਨਾ ਰਹਿ ਕੇ ਯੋਜਕ ਬਣ ਜਾਣਾ ਵਾ। ਆਗੈ ਕਰ ਧਰਿਆ। ਮੇਰੇ ਮਾਧਵ ਜੀ, ਇੱਥੇ ਆਪਾਂ ਵਿਸ਼ਰਾਮ ਦੇਣਾ। ਸਤ ਸੰਗਤ ਮਿਲੇ ਸੋ ਤਰਿਆ। ਸੋ ਤਰਿਆ, ਸੱਸੇ ਔਂਕੜ, ਸੋ ਤਰਿਆ। ਸੋ ਤਰਿਆ ਇਕੱਠਾ ਪਾਠ ਨਹੀਂ ਪੜ੍ਹਨਾ, ਸੋ ਵੱਖਰਾ ਕਰਕੇ, ਤਰਿਆ ਵੱਖਰਾ ਕਰਕੇ, ਸੋ ਤਰਿਆ। ਅੱਗੇ ਹੈ ਜੀ, ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਜਨਨ ਪਿਤਾ ਲੋਕ ਸੁੱਤ ਬਨਤਾ। ਇਹ ਪੰਜੇ ਸ਼ਬਦ ਨੇ ਜਿਹੜੇ ਵੱਖੋ ਵੱਖਰੇ ਪੜ੍ਹਨੇ ਆ ਨਖੇੜ ਕੇ। ਜਨਨ ਪਿਤਾ ਲੋਕ ਸੁੱਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜ਼ਕ। ਸਿਰ ਸਿਰ ਰਿਜ਼ਕ ਸੰਵਾਹੇ ਠਾਕੁਰ। ਠਾਕੁਰ ਕੱਕੇ ਔਂਕੜ, ਠਾਕੁਰ, ਠਾਕਰ ਨਹੀਂ ਕਹਿਣਾ ਇਹਨੂੰ, ਠਾਕੁਰ। ਕਾਹੇ ਮਨ ਭਾਉ ਕਰਿਆ। ਕਾਹੇ ਮਨ ਭਾਉ ਕਰਿਆ। ਮਨ ਸੰਬੋਧਨੀ ਸ਼ਬਦ ਹੈ ਇੱਥੇ, ਇਸ ਲਈ ਮਨ ਨੂੰ ਨਖੇੜ ਕੇ ਪੜਾਂਗੇ। ਕਾਹੇ ਮਨ ਭਾਉ ਕਰਿਆ। ਊਡੇ ਊਡ ਆਵੈ ਸੈ ਕੋਸਾਂ। ਊਡੇ ਊਡ ਆਵੈ ਸੈ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ 10 ਅਸ਼ਟ ਸਿਧਾਨ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਤੇਰਾ ਅੰਤ ਨ ਪਾਰਾ ਵਰਿਆ। ਅੱਗੇ ਹੈ ਰਾਗ ਆਸਾ ਮਹਲਾ ਚੌਥਾ, ਸੋ ਪੁਰਖ। ਆਸਾ ਰਾਗ ਮਹਲਾ ਚੌਥਾ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਹੈ। ਸ਼ਬਦ ਦਾ ਨਾਮ, ਬਾਣੀ ਦਾ ਨਾਮ ਹੈ ਸੋ ਪੁਰਖ। ਇੱਕ ਓਂਕਾਰ ਸਤ ਗੁਰ ਪ੍ਰਸਾਦ। ਬਾਣੀ ਆਰੰਭ ਹੁੰਦੀ ਹੈ ਜੀ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗੰਮਾ ਅਗੰਮ ਅਪਾਰਾ। ਇਹਨੂੰ ਅਗਮਾ ਅਗਮ ਨਹੀਂ ਪੜ੍ਹਨਾ, ਅਗੰਮਾ ਅਗੰਮ ਅਪਾਰਾ। ਅਗੰਮ ਦੀ ਗੱਲ ਹੋ ਰਹੀ ਹੈ, ਜੋ ਗੰਮਤਾ ਤੋਂ ਪਰੇ ਹੈ। ਗੰਮਤਾ ਦਾ ਅਰਥ ਹੁੰਦਾ ਸਾਡੀ ਪਹੁੰਚ, ਸਾਡੀ ਪਕੜ, ਸਾਡੀ ਸੋਚ, ਸਾਡੀ ਨਿਗਾਹ, ਸਾਡੇ ਸਰੋਤ ਕੰਨਾਂ ਦੇ ਪਕੜ ਦੇ ਵਿੱਚ ਹੋਣਾ, ਸਾਡੀ ਸੋਚ ਦੇ ਪਕੜ 'ਚ ਹੋਣਾ। ਪਰ ਪਰਮੇਸ਼ਰ ਕਿਉਂਕਿ ਅਗੰਮ ਆ, ਉਹ ਸਾਡੀ ਸੋਚ ਦੀ ਪਕੜ ਤੋਂ ਵੀ ਪਰੇ ਆ, ਸਾਡੇ ਸੁਣਨ ਦੀ ਪਕੜ, ਸਾਡੇ ਵੇਖਣ ਦੀ ਪਕੜ ਤੋਂ ਵੀ ਪਰੇ ਆ। ਇਸ ਲਈ ਗੁਰਬਾਣੀ ਦੇ ਅੰਦਰ ਪਰਮੇਸ਼ਰ ਲਈ ਗੁਣਵਾਚਕ ਨਾਮ ਅਗੰਮ ਵਰਤਿਆ ਗਿਆ। ਕਈ ਥਾਵਾਂ ਦੇ ਉੱਪਰ ਟਿੱਪੀ ਦਾ ਪ੍ਰਯੋਗ ਕੀਤਾ ਗਿਆ ਤੇ ਕਈ ਥਾਵਾਂ ਦੇ ਉੱਪਰ ਟਿੱਪੀ ਦਾ ਪ੍ਰਯੋਗ ਨਹੀਂ ਕੀਤਾ ਗਿਆ। ਉਹ ਆਪਾਂ ਵੇਖਣਾ ਆ ਤੇ ਵੇਖ ਕੇ ਆਪਾਂ ਟਿੱਪੀ ਦਾ ਪ੍ਰਯੋਗ ਕਰਕੇ ਉਚਾਰਨ ਜਿਹੜਾ ਹੈ ਉਹ ਸ਼ੁੱਧ ਕਰਨਾ ਹੈ। ਹਰ ਅਗੰਮਾ ਅਗੰਮ ਅਪਾਰਾ, ਸਭ ਧਿਆਵੈਂ ਸਭ ਧਿਆਵੈਂ ਤੁਧ ਜੀ। ਸਭ ਧਿਆਵੈਂ, ਧਿਆਵੈਂ ਬਹੁਵਚਨੀ ਕਿਰਿਆ ਹੈ। ਬਹੁਵਚਨੀ ਕਿਰਿਆ ਹੋਣ ਕਰਕੇ ਆਪਾਂ ਇਸ ਨੂੰ ਬਹੁਵਚਨ ਰੂਪ ਦੇ ਵਿੱਚ ਹੀ ਪੜਾਂਗੇ, ਬਹੁਵਚਨ ਰੂਪ ਦੇ ਵਿੱਚ ਹੀ ਆਪਾਂ ਇਸ ਦਾ ਪਾਠ ਕਰਾਂਗੇ। ਸਭ ਧਿਆਵੈਂ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ। ਸਭ ਜੀ ਤੁਮਾਰੇ ਜੀ। ਇੱਥੇ ਜਿਹੜਾ ਪਹਿਲਾ ਜੀ ਸ਼ਬਦ ਆ ਨਾ, ਇਹ ਜੀਵ ਜੰਤੂਆਂ ਲਈ ਵਰਤਿਆ ਗਿਆ। ਉਸ ਤੋਂ ਬਾਅਦ ਤੁਮਾਰੇ ਜੀ ਜਿਹੜਾ ਦੂਜੀ ਥਾਂ ਤੇ ਵਰਤਿਆ ਗਿਆ, ਉਹ ਸਤਿਕਾਰ ਬੋਧਕ ਆ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਜੀਆਂ ਕਾ ਦਾਤਾਰਾ, ਜੀਆਂ ਬਹੁਵਚਨ ਸ਼ਬਦ ਹੈ, ਇਹਨੂੰ ਜੀਆ ਕਾ ਨਹੀਂ ਕਹਿਣਾ, ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋਖ ਜੀ, ਸਭ ਦੁੱਖ ਵਿਸਾਰਨਹਾਰਾ। ਹਰ ਧਿਆਵੋ
ਸੰਤੋਹ ਜੀ, ਹਾਹੇ ਦਾ ਉਚਾਰਨ ਹਲਕਾ ਦੇਣਾ। ਇਹਨੂੰ ਸੰਤ ਹੋ, ਧਿਆਵ ਹੋ ਇਦਾਂ ਨਹੀਂ ਪੜ੍ਹਨਾ। ਮੈਂ ਬੇਨਤੀ ਕੀਤੀ ਸੀ ਔਂਕੜ ਜਿਹੜਾ ਹੈਗਾ ਆਪਣਾ ਲਘੂ ਮਾਤਰਾ ਆ, ਦੀਰਘ ਮਾਤਰਾ ਹੈ ਨਹੀਂ। ਲਘੂ ਮਾਤਰਾ ਹੋਣ ਕਰਕੇ ਆਪਾਂ ਇਸ ਦਾ ਉਚਾਰਨ ਵੀ ਲਘੂ ਰੂਪ 'ਚ ਕਰਾਂਗੇ। ਪਰ ਗੁਰਬਾਣੀ ਦਾ ਆਪਣਾ ਇੱਕ ਵਿਧਾਨ ਆ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਲਿਖਣ ਸ਼ੈਲੀ ਦੀ ਆਪਣੀ ਇੱਕ ਨਵੀਨਤਾ ਆ। ਨਵੀਨਤਾ ਵੀ ਹੈ ਅਤੇ ਨਿਆਰਾਪਣ ਵੀ ਆ। ਉਹ ਨਿਆਰਾਪਣ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸਪਸ਼ਟ ਰੂਪ ਦੇ ਵਿੱਚ ਇੱਕ ਤੇ ਕਨੌੜਾ ਬਹੁਤ ਘੱਟ ਵਰਤਿਆ ਗਿਆ। ਕਨੌੜੇ ਦਾ ਕੰਮ ਊੜੇ ਔਂਕੜ ਤੋਂ ਲਿਆ ਗਿਆ ਹੈ। ਤੇ ਇੱਕ ਅੰਤ ਵਿੱਚ ਹੋੜਾ ਬਹੁਤ ਘੱਟ ਵਰਤਿਆ ਗਿਆ। ਹੋੜੇ ਦਾ ਕੰਮ ਹਾਹੇ ਔਂਕੜ ਤੋਂ ਲਿਆ ਗਿਆ। ਇਹ ਗੁਰਬਾਣੀ ਦੀ ਆਪਣੀ ਨਵੀਨਤਾ ਹੈ, ਆਪਣਾ ਨਿਆਰਾਪਣ ਹੈ। ਲਿਖਣ ਦਾ ਆਪਣਾ ਇੱਕ ਗੁਰੂ ਸਾਹਿਬ ਜੀ ਦਾ ਤਰੀਕਾ ਆ, ਆਪਣੀ ਇੱਕ ਟੈਕਨੀਕ ਆ ਗੁਰੂ ਸਾਹਿਬ ਜਿਸ ਪ੍ਰਕਾਰ ਬਾਣੀ ਦਾ ਉਚਾਰਨ ਕਰਦੇ ਹਨ। ਹਰ ਧਿਆਵੋ ਸੰਤੋਹ ਜੀ, ਇਹ ਮੱਧਮ ਪੁਰਖ ਗੁਰੂ ਮਹਾਰਾਜ ਜੀ ਸੰਬੋਧਨ ਹੋ ਕੇ ਕਹਿ ਰਹੇ ਨੇ, ਸਤਿਗੁਰੂ ਜੀ ਸੰਗਤ ਨੂੰ ਸੰਬੋਧਨ ਹੋ ਰਹੇ ਨੇ। ਹੇ ਸੰਤ ਜਨੋ, ਹੇ ਸੰਗਤੋ, ਪਰਮੇਸ਼ਰ ਨੂੰ ਧਿਆਵੋ। ਸਭ ਦੁੱਖ ਵਿਸਾਰਨ ਹਾਰਾ, ਇਹਨੂੰ ਦੁੱਖ ਵਿਸਾਰਨ ਹਾਰਾ ਨਹੀਂ, ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ, ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਇਹ ਜਿਹੜੇ ਵਿਸ਼ਰਾਮ ਨੇ ਸਾਧ ਸੰਗਤ, ਇਹਨਾਂ ਦਾ ਧਿਆਨ ਰੱਖਣਾ ਆਪ ਜੀਆਂ ਨੇ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਸੇਵੈ ਬਹੁਵਚਨੀ ਕਿਰਿਆ ਹੈ, ਭਾਵ ਸੇਵਦੇ ਹਨ, ਸੇਵਾ ਕਰਦੇ ਹਨ। ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਹਾਹੇ ਦਾ ਉਚਾਰਨ ਇੱਥੇ ਹਲਕਾ ਆਏਗਾ। ਜਦੋਂ ਬਹੁਵਚਨੀ ਕਿਰਿਆ ਅੰਤ ਹਾਹੇ ਨੂੰ ਸਿਹਾਰੀ ਨਾਲ ਹੁੰਦੀ ਹੈ, ਉਚਾਰਨ ਉਸ ਦਾ ਦੁਲਾਵਾਂ ਵਾਲੇ ਪਾਸੇ ਨੂੰ ਜਾਂਦਾ ਹੈ, ਪਰ ਹਾਹੇ ਦਾ ਉਚਾਰਨ ਹਲਕਾ ਉੱਥੇ ਆ ਜਾਂਦਾ। ਜਿਵੇਂ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਜਨ ਨਾਨਕ ਵਿਸ਼ਰਾਮ ਤੁਧ ਕੁਰਬਾਨਾ। ਹਰ ਧਿਆਵਹਿ ਤੁਧ ਜੀ, ਸੇ ਜਨ ਜੁਗਮਹਿ ਸੁਖਵਾਸੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਇੱਥੇ ਵਿਸ਼ਰਾਮ। ਤਿਨ ਕਾ ਭਉ ਸਭ ਗਵਾਸੀ, ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਵੱਲ ਜਾਸੀ। ਮੈਂ ਸ਼ਬਦ ਕਈ ਵਾਰੀ ਰਿਪੀਟ ਕਰ ਦਿੰਦਾ। ਉਹਦਾ ਮਤਲਬ ਇਹ ਨਹੀਂ ਕਿ ਇੱਥੇ 2 ਵਾਰੀ ਲਿਖਿਆ ਹੋਇਆ। ਇਹਦਾ ਮਤਲਬ ਇਹ ਹੈ ਕਿ ਉਚਾਰਨ ਰਿਪੀਟ ਕਰਕੇ ਦੁਬਾਰਾ ਫਿਰ ਆਪ ਜੀ ਦੇ ਧਿਆਨ ਵਿੱਚ ਆ ਜਾਵੇ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਬੇਅੰਤ ਪਹਿਲਾ ਬੱਬੇ ਨੂੰ ਸਿਹਾਰੀ ਨਾਲ ਹੈ, ਦੂਜਾ ਬੱਬੇ ਨੂੰ ਲਾਂ ਨਾਲ ਹੈ। ਬੇਅੰਤ ਬੇਅੰਤਾ, ਇਹਦਾ ਪਾਠ ਕਰਨਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਇੱਥੇ ਪਾਠ ਕਰਨ ਵੇਲੇ ਆਪ ਜੀ ਨੇ ਧਿਆਨ ਰੱਖਣਾ, ਪਹਿਲੀ ਤੁਕ ਵਿੱਚ ਤੇਰੀ ਭਗਤ, ਭੱਬਾ ਗੱਗਾ ਤੱਤੇ ਨੂੰ ਸਿਹਾਰੀ ਇੱਦਾਂ ਲਿਖਿਆ ਹੋਇਆ। ਇਹਦਾ ਅਰਥ ਹੁੰਦਾ ਭਗਤੀ। ਤੇ ਦੂਜੀ ਤੁਕ ਵਿੱਚ ਭੱਬਾ ਗੱਗਾ ਤੱਤਾ ਇੱਦਾਂ ਲਿਖਿਆ ਹੋਇਆ ਭਗਤ, ਇਹਦਾ ਅਰਥ ਹੁੰਦਾ ਬਹੁਤੇ ਭਗਤ, ਬਹੁਵਚਨ। ਜਿੱਥੇ ਭੱਬਾ ਗੱਗਾ ਤੱਤੇ ਨੂੰ ਔਂਕੜ ਆ ਜਾਵੇ, ਉਹਦਾ ਮਤਲਬ ਹੁੰਦਾ ਇੱਕ ਭਗਤ ਦੀ ਗੱਲ ਹੋ ਰਹੀ ਹੈ, ਇੱਕ ਵਚਨ ਦੀ ਗੱਲ ਹੋ ਰਹੀ ਹੈ। ਸੋ ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰੈ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜ੍ਹੈ
ਬਹੁ ਸਿਮਰਿਤ ਸ਼ਾਸਤ ਜੀ। ਸਿਮਰਿਤ, ਇਹਨੂੰ ਸਿਮਰਤ ਨਹੀਂ ਪੜ੍ਹਨਾ, ਸਿਮਰਿਤ। ਇਸ ਰੂਪ ਦੇ ਵਿੱਚ ਆਪ ਜੀ ਨੇ ਪਾਠ ਕਰਨਾ ਹੈ। ਸਿਮਰਿਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰਨਤਾ। ਕਰ ਕਿਰਿਆ ਖਟ ਕਰਮ ਕਰਨਤਾ, ਸ਼ਾਸਤ ਪੜ੍ਹਨਾ, ਸ਼ਾਸਤਰਾਂ ਦੀ ਗੱਲ ਹੋ ਰਹੀ ਹੈ, ਇਸ ਲਈ ਸ਼ਾਸਤ। ਪਹਿਲਾ ਸੱਸਾ ਉਹਦੇ ਪੈਰ 'ਚ ਬਿੰਦੀ ਲਾ ਕੇ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰਿ ਭਗਵੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਇੱਥੇ ਵਿਸ਼ਰਾਮ ਆਏਗਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ, ਸੋਈ ਵਰਤੈ ਜੀ। ਵਰਤੈ, ਵਰਤੇ ਇੱਦਾਂ ਨਹੀਂ ਪੜ੍ਹਨਾ, ਵਰਤੈ, ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸ੍ਰਿਸ਼ਟ, ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜਨ ਨਾਨਕ ਵਿਸ਼ਰਾਮ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਸਭ ਸਹਿ ਕਾ ਜਾਣੋਈ। ਆਸਾ ਮਹਲਾ ਚੌਥਾ। ਅਗਲਾ ਸ਼ਬਦ, ਤੂੰ ਕਰਤਾ ਸਚਿਆਰ ਮੈਡਾ ਸਾਈਂ। ਸਾਈਂ ਇੱਦਾਂ ਪਾਠ ਕਰਨਾ, ਸਾਈ ਨਹੀਂ ਪੜ੍ਹਨਾ ਇਹਨੂੰ, ਮੈਡਾ ਸਾਈਂ। ਜੋ ਤਉ ਭਾਵੈ, ਜੋ ਤਉ ਭਾਵੈ, ਤਉ ਇੱਥੇ ਤੱਤਾ ਊੜੇ ਔਂਕੜਿਆ। ਮੈਂ ਬੇਨਤੀ ਕੀਤੀ ਸੀ ਕਿ ਗੁਰਬਾਣੀ ਅੰਦਰ ਜੋ ਕਨੌੜਾ ਹੈ, ਉਸ ਨੂੰ ਲਿਖਣ ਦਾ ਵਿਧਾਨ ਗੁਰੂ ਮਹਾਰਾਜ ਨੇ ਊੜੇ ਨੂੰ ਔਂਕੜ ਦੇ ਰੂਪ ਦੇ ਵਿੱਚ ਬਣਾਇਆ ਹੈ। ਜੋ ਤਉ ਭਾਵੈ ਸੋਈ ਥੀਸੀ, ਥੀਸੀ। ਜੋ ਤੂੰ ਦੇਹ, ਜੋ ਤੂੰ ਦੇਹ, ਦੇਹ ਮਤਲਬ ਤੂੰ ਦਿੰਦਾ ਹੈ। ਸੋਈ ਹਉ ਪਾਈ, ਹਉ ਉੱਤਮ ਪੁਰਖ ਦੀ ਗੱਲ ਹੈ, ਆਪਣੀ ਗੱਲ ਹੈ। ਪਾਈ ਮਤਲਬ ਪਾਉਂਦਾ ਹਾਂ, ਇਹਨੂੰ ਪਾਈ ਨਹੀਂ ਪੜ੍ਹਨਾ, ਪਾਈ ਪਾਉਂਦਾ ਹਾਂ, ਪ੍ਰਾਪਤ ਕਰਦਾ ਹਾਂ। ਸਭ ਤੇਰੀ, ਤੂੰ ਸਭਨੀ ਧਿਆਇਆ। ਜਿਸ ਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ। ਸਭ ਤੇਰੀ ਵਿਸ਼ਰਾਮ, ਤੂੰ ਸਭਨੀ ਧਿਆਇਆ। ਜਿਸ ਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹ ਹੈ। ਤੂੰ ਦਰਿਆਓ ਸਭ ਤੁਝ ਹੀ ਮਾਹ ਹੈ। ਮੰਮੇ ਕਹਿੰਦਾ ਹਾਹੇ ਨੂੰ ਸਿਹਾਰੀ, ਇਹਦਾ ਉਚਾਰਨ ਆਪਾਂ ਨਾਸਕੀ, ਨੱਕ ਚੋਂ ਕਰਨਾ। ਹਾਹੇ ਨੂੰ ਸਿਹਾਰੀ ਦਾ ਮਾਹ ਹੈ, ਲਮਕਾਉਣਾ ਨਹੀਂ ਹੈ, ਲਘੂ ਮਾਤਰਾ ਆ, ਛੋਟਾ ਹੀ ਉਚਾਰਨ ਕਰਨਾ। ਮਾਹ ਹੈ, ਮੰਮੇ ਕੰਨਾ ਮਾਂ, ਹਾਹੇ ਸਿਹਾਰੀ ਹੈ, ਮਾਂ ਹੈ। ਤੁਝ ਬਿਨ ਦੂਜਾ ਕੋਈ ਨਾ ਹੈ। ਤੁਝ ਬਿਨ ਦੂਜਾ ਕੋਈ ਨਾ ਹੈ, ਇਹਦਾ ਪਾਠ ਕਰਨਾ। ਜੀ ਜੰਤ ਸਭ ਤੇਰਾ ਖੇਲ। ਜੀ ਜੰਤ ਸਭ, ਇੱਥੇ ਵਿਸ਼ਰਾਮ ਦੇਣਾ। ਤੇਰਾ ਖੇਲ ਵਿਜੋਗ ਮਿਲ ਵਿਛੜਿਆ। ਵਿਸ਼ਰਾਮ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾਏ, ਜਿਸ ਨੂੰ ਤੂੰ ਜਾਣਾਏ, ਤੂੰ ਜਣਾਉਂਦਾ ਹੈ, ਤੂੰ ਸੋਝੀ ਪਾਉਂਦਾ ਹੈ। ਇਹਨੂੰ ਜਾਣਾ ਇਹ, ਜਾਣਾ ਇਹ, ਇਹਦਾ ਨਹੀਂ ਪੜ੍ਹਨਾ। ਜਿਸ ਨੂੰ ਤੂੰ ਜਾਣਾਏ, ਇਸ ਰੂਪ ਦੇ ਵਿੱਚ ਇਸ ਨੂੰ ਪੜ੍ਹਨਾ ਹੈ। ਕਿਰਿਆ ਹੈ, ਕਿਰਿਆ ਨੂੰ ਜਦੋਂ ਬਹੁਵਚਨੀ ਕੀਤਾ ਜਾਂਦਾ ਉਦੋਂ ਅੰਤ ਵਿੱਚ ਸਿਹਾਰੀ ਲਾਈ ਜਾਂਦੀ ਆ। ਕਿਰਿਆ ਨੂੰ ਜਦੋਂ ਬਹੁਵਚਨੀ ਕੀਤਾ ਜਾਂਦਾ ਅੰਤ ਵਿੱਚ ਹਾਹੇ ਨੂੰ ਸਿਹਾਰੀ ਲਾਈ ਜਾਂਦੀ ਆ ਵਰਤਮਾਨ ਕਾਲ। ਤੇ ਕਿਰਿਆ ਨੂੰ ਜਦੋਂ ਇੱਕ ਵਚਨ ਰੂਪ ਦੇ ਵਿੱਚ ਰੱਖਣਾ ਹੁੰਦਾ ਕਾਰਜ ਕਰਨੀ ਦੇ ਰੂਪ ਦੇ ਵਿੱਚ, ਉਦੋਂ ਈੜੀ ਨੂੰ ਸਿਹਾਰੀ ਲਾਈ ਜਾਂਦੀ ਆ ਅੰਤ ਵਿੱਚ। ਕਰਾਏ ਮਤਲਬ ਕਰਾਉਂਦਾ ਹੈ, ਹਨਾ। ਕਰਾਏ ਮਤਲਬ ਤੂੰ ਕਰਾਉਂਦਾ ਹੈ, ਇਹ ਮੱਧਮ ਪੁਰਖ ਦੀ ਕਿਰਿਆ ਵਾ। ਇਸ ਲਈ ਇੱਥੇ ਈੜੀ ਨੂੰ ਸਿਹਾਰੀ ਤੇ ਹਾਹੇ ਨੂੰ ਸਿਹਾਰੀ ਦੋਵੇਂ ਰੂਪ ਮਿਲ ਜਾਂਦੇ ਆ। ਤੇ ਆਪਾਂ ਇੱਥੇ ਪਾਠ ਕਰਾਂਗੇ, ਜਿਸ ਨੂੰ ਤੂੰ ਜਾਣਾਏ, ਜੱਜੇ ਕੰਨਾ ਅਣਾਣੇ ਕੰਨਾ, ਜਾਣਾ, ਜਾਣਾਏ।
ਜਿਸਨੋ ਤੂੰ ਜਾਣ ਆਏ ਸੋਈ ਜਨ ਜਾਣੈ, ਜਨ ਨਨਾ ਜਾਣੈ ਨਾਣੇ ਨਾਲ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਜੇ ਹੀ ਸਹਜੇ ਹੀ ਸਹਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਤੂੰ ਕਰ ਕਰ ਵੇਖੈ ਵੇਖੈ ਬਹੁਵਚਨੀ ਕਿਰਿਆ, ਜਾਣੈ ਸੋਏ ਜਾਣੈ ਬਹੁਵਚਨੀ ਕਿਰਿਆ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਅੱਗੇ ਹੈ ਆਸਾ ਮਹਲਾ ਪਹਿਲਾ। ਪਹਿਲੀ ਪਾਤਸ਼ਾਹੀ ਰਾਗ ਆਸਾ। ਤਿਤ ਸਰਵਰੜੈ ਸਰਵਰੜੈ ਸਰਵਰੜੈ, ਇਹਨੂੰ ਸਰਵਰੜੇ ਨਹੀਂ ਪੜ੍ਹਨਾ, ਸਰਵਰੜੈ। ਭਈ ਲੈ ਨਿਵਾਸਾ ਭਈ ਲੈ ਨਿਵਾਸਾ ਭਈ ਲੈ, ਇਹ ਤੋਂ ਇੱਕ ਸ਼ਬਦ ਬਣਦਾ ਭਈ ਲੈ। ਇਹਨੂੰ ਬੜੇ ਆਰਾਮ ਨਾਲ ਪੜ੍ਹ ਲਓ ਆਪ ਜੀ, ਸਹਿਜ ਨਾਲ ਪੜ੍ਹ ਲਓ, ਪੜ੍ਹਿਆ ਜਾਏਗਾ। ਭਈ ਲੈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ, ਪਾਣੀ ਪਾਵਕ ਤਿਨਹਿ ਕੀਆ, ਤਿਨਹਿ ਨੰਨੇ ਨੂੰ ਦੁਲਾਵਾਂ ਨਾਲ ਅੱਧਾ ਹਾਹਾ, ਤਿਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ, ਇਹਨੂੰ ਦੇਖਾਂ ਬਿੰਦੀ ਨਹੀਂ ਲਾਉਣੀ ਇੱਥੇ, ਇਹਦਾ ਪਾਠ ਕਰਨਾ ਹਮ ਦੇਖਾ ਬਿਨਾਂ ਬਿੰਦੀ ਤੋਂ। ਤਹ ਡੂਬੀ ਅਲੇ, ਤਤਾ ਹਾਹਾ ਤਹ ਡੂਬੀ ਅਲੇ, ਇਹਨੂੰ ਤਹਿ ਨਹੀਂ ਪੜ੍ਹਨਾ। ਬਹੁਤੇ ਪਾਠੀ ਕੀ ਕਰਦੇ ਆ, ਤਹਿ ਡੂਬੀ ਅਲੇ ਤੱਤੇ ਦਲਾਵਾਂ ਹੀ ਲਾ ਦਿੰਦੇ ਆ ਸਿੱਧੇ, ਤੇ ਕਈ ਤਹਿ ਡੂਬੀ ਅਲੇ ਕੋਈ ਕਿਵੇਂ ਪਾਠ ਕਰਦੇ ਆ ਆਪੋ ਆਪਣੀ ਸਮਝ ਸੋਝੀ ਦੇ ਮੁਤਾਬਕ, ਪਰ ਇਹ ਅਸਲ ਵਿੱਚ ਸਥਾਨਵਾਚੀ ਪੜ੍ਹਨਾਉ ਹੈਗਾ, ਸਥਾਨਵਾਚੀ ਪੜ੍ਹਨਾਉ ਆ। ਤੇ ਇਹਦੇ ਨਾਲ ਮਿਲਦੇ ਜੁਲਦੇ ਸ਼ਬਦ ਨੇ ਜਿਹੜੇ ਹਿੰਦੀ ਦੇ ਵਿੱਚ ਆਪਾਂ ਨੂੰ ਪ੍ਰਾਪਤ ਹੋ ਜਾਂਦੇ ਨੇ, ਮਿਲਦੇ ਜੁਲਦੇ ਸ਼ਬਦ, ਹੂ ਬਹੂ ਨਹੀਂ, ਮਿਲਦੇ ਜੁਲਦੇ ਸ਼ਬਦ। ਸੋ ਇਹ ਸਥਾਨਵਾਚੀ ਪੜ੍ਹਨਾਉ ਹੋਣ ਕਰਕੇ ਇਸ ਦਾ ਉਚਾਰਨ ਬਣੇਗਾ ਤਹ, ਤੱਤਾ ਹਾਹਾ ਆ ਨਾ ਜਿਹੜਾ, ਇਹਦਾ ਉਚਾਰਨ ਨਾਸਕੀ ਹੋਏਗਾ ਹਾਂ, ਤਹ। ਇਸ ਰੂਪ ਦੇ ਵਿੱਚ ਆਪਾਂ ਇਸ ਦਾ ਉਚਾਰਨ ਕਰਨਾ ਹੈ। ਇਹਨੂੰ ਤਾਂ ਵੀ ਨਹੀਂ ਕਹਿਣਾ, ਇਹਨੂੰ ਤੈ ਵੀ ਨਹੀਂ ਕਹਿਣਾ, ਇਹਨੂੰ ਤਹਿ ਵੀ ਨਹੀਂ ਕਹਿਣਾ, ਇਹਦਾ ਉਚਾਰਨ ਕਰਨਾ ਆਪਾਂ ਤਹ, ਤਹ ਮਤਲਬ ਉਸ ਜਗ੍ਹਾ ਤੇ। ਹਮ ਦੇਖਾ ਤਹ ਡੂਬੀ ਅਲੇ, ਮਨ ਇੱਥੇ ਵਿਸ਼ਰਾਮ, ਮਨ ਸੰਬੋਧਨੀ ਨਾਉ ਆ, ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਗੁਣ ਗਲਿਆ ਲੱਲੇ ਪੈਰ ਬਿੰਦੀ ਲਾ ਕੇ ਗਲਿਆ। ਰਹਾਉ ਨਹੁ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਧਾ ਜਨਮ ਪਾਇਆ, ਨਹੁ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਧਾ ਜਨਮ ਪਾਇਆ, ਪ੍ਰਣਵਤ ਨਾਨਕ ਤਨ ਕੀ ਸ਼ਰਣਾ, ਪ੍ਰਣਵਤ ਨਾਨਕ ਤਨ ਕੀ ਸ਼ਰਣਾ, ਸ਼ਰਣਾ ਜਿਨ ਤੂੰ ਨਾਹੀ ਵਿਸਰਿਆ, ਜਿਨ ਤੂੰ ਨਾਹੀ ਵਿਸਰਿਆ, ਇਸ ਰੂਪ 'ਚ ਪਾਠ ਕਰਨਾ। ਅੱਗੇ ਹੈ ਜੀ ਆਸਾ ਮਹਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਅਵਰ ਕਾਜ ਇੱਥੇ ਵਿਸ਼ਰਾਮ, ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ, ਬ੍ਰਿਥਾ ਬਿਰਥਾ ਨਹੀਂ ਬ੍ਰਿਥਾ, ਬ੍ਰਿਥਾ ਜਾਤ ਰੰਗ ਮਾਇਆ ਕੈ, ਜਪ ਤਪ ਸੰਜਮ, ਤਿੰਨੇ ਸ਼ਬਦ ਵੱਖੋ ਵੱਖਰੇ ਪੜ੍ਹਨੇ ਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਕਹੋ ਨਾਨਕ ਕਹੋ, ਹਾਹੀ ਨੂੰ ਔਂਕੜਿਆ ਕਹੋ, ਇੱਦਾਂ ਪਾਠ ਨਹੀਂ ਕਰਨਾ, ਹਾਹੀ ਨੂੰ ਔਂਕੜ ਲਘੂ ਮਾਤਰਾ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ,
ਇਸ ਰੂਪ ਦੇ ਵਿੱਚ। ਸੋ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਜੋ ਸੋਦਰ ਬਾਣੀ ਹੈ ਉਸ ਦੀ ਸਮਾਪਤੀ ਹੋ ਜਾਂਦੀ ਹੈ, ਅੱਗੇ ਸੋਹਿਲਾ ਬਾਣੀ ਸ਼ੁਰੂ ਹੋ ਜਾਂਦੀ ਆ। ਤੇ ਸੋਹਿਲਾ ਬਾਣੀ ਦੀ ਆਰੰਭਤਾ ਹੈ ਜੀ, ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ। ਸੋਹਿਲਾ, ਇੱਥੇ ਵਿਸ਼ਰਾਮ, ਇਹਨੂੰ ਸੋਹਿਲਾ, ਸੋਹੇਲਾ ਨਹੀਂ ਪੜ੍ਹਨਾ, ਇਹਨੂੰ ਕਈ ਪ੍ਰੇਮੀ ਸੋਹੇਲਾ ਪੜ੍ਹ ਦਿੰਦੇ ਆ, ਸੋਹੇਲਾ ਨਹੀਂ, ਸੋਹਿਲਾ। ਬਹੁਤੀਆਂ ਥਾਵਾਂ ਤੇ ਇਸ ਬਾਣੀ ਦਾ ਜੋ ਨਾਮ ਹੈ ਕੀਰਤਨ ਸੋਹਿਲਾ ਵੀ ਕਹਿ ਦਿੱਤਾ ਜਾਂਦਾ, ਪਰ ਅਸਲ ਵਿੱਚ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਸੋਹਿਲਾ ਨਾਮ ਤੋਂ ਹੀ ਬਾਣੀ ਹੈ ਤੇ ਇਸ ਦੇ 5 ਹੀ ਸ਼ਬਦ ਹਨ ਤੇ ਕੋਈ 6ਵਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਸੋਹਿਲਾ ਬਾਣੀ ਦੇ ਨਾਲ ਸ਼ਾਮਲ ਨਹੀਂ ਕੀਤਾ ਗਿਆ 5ਵੇਂ ਪਾਤਸ਼ਾਹ ਵੱਲੋਂ। ਸੋ ਨਾਮ ਹੈ ਜੀ ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ। ਮਹਲਾ ਪਹਿਲਾ। ਇੱਕ ਓਮਕਾਰ ਸਤਿਗੁਰ ਪ੍ਰਸਾਦ। ਅੱਗੇ ਸ਼ਬਦ ਸ਼ੁਰੂ ਹੋ ਜਾਂਦਾ ਹੈ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ। ਤਿਤ ਘਰ ਗਾਵੋ ਸੋਹਿਲਾ। ਸਿਵਰੇ ਹੋ ਸਿਰਜਣਹਾਰੋ। ਸਿਵਰੇ ਹੋ ਸਿਰਜਣਹਾਰੋ, ਰਾਰੇ ਨੂੰ ਸਿਹਾਰੀ ਹੈ, ਸਿਵਰੇ ਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ। ਸੰਭਾਲੀਅਨ। ਦੇਖੈਗਾ ਦੇਵਨਹਾਰ। ਦੇਖੈਗਾ, ਦੇਖੇਗਾ ਨਹੀਂ, ਦੇਖੈਗਾ ਦੇਵਨਹਾਰ ਦੁਲਾਵਾ। ਤੇਰੇ ਦਾਨੈ। ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਸ਼ੁਮਾਰ ਪੜ੍ਹਨੇ ਨੂੰ ਸਮਾਰ ਨਹੀਂ ਪੜ੍ਹਨਾ, ਸ਼ੁਮਾਰ। ਸੰਬਤ ਸਾਹਾ ਲਿਖਿਆ। ਸੰਬਤ ਸਾਹਾ, ਇੱਥੇ ਆਪਾਂ ਸਾਹਾ ਪੜ੍ਹਾਂਗੇ, ਇਹਨੂੰ ਆਪਾਂ ਸ਼ਾਹਾ ਨਹੀਂ ਪੜ੍ਹਾਂਗੇ। ਇਹ ਸਾਹਾ ਚਿੱਠੀ ਹੁੰਦੀ ਹੈ ਨਾ ਜਿਹੜੀ ਵਿਆਹਾਂ ਵਾਲੀ, ਉਹਦੀ ਗੱਲ ਹੋ ਰਹੀ ਹੈ ਇੱਥੇ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ। ਪਾਵੋ ਪੱਪੇ ਕੰਨਾ ਵਵਾ ਹਾਹੇ ਔਂਕੜ। ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ। ਦੇਹੋ ਦੱਦੇ ਲਾਵਾਂ ਹਾਹੇ ਔਂਕੜ, ਇਹਨੂੰ ਦੇਹੋ ਨਹੀਂ ਪੜ੍ਹਨਾ, ਔਂਕੜ ਲਘੂ ਮਾਤਰਾ ਆ। ਦੇਹੋ ਇੱਦਾਂ ਉਚਾਰਨ ਕਰਨਾ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ। ਘਰ ਘਰ ਇਹੋ ਪਾਹੁਚਾ ਸੱਦੜੇ ਨਿਤ ਪਵਨ। ਸੱਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵਨ। ਸੇ ਦਿਹ ਆਵਨ। ਦਿਹ ਮਤਲਬ ਦਿਨ। ਰਾਗ ਆਸਾ ਮਹਲਾ ਪਹਿਲਾ। 6 ਘਰ 6 ਗੁਰ 6 ਉਪਦੇਸ਼। ਹੁਣ ਇੱਥੇ ਬਹੁਤੇ ਪ੍ਰੇਮੀ ਜਿਹੜੇ ਹਨ ਸਾਧ ਸੰਗਤ ਇਹਨੂੰ ਛਿਆ ਘਰ, ਛਿਆ ਗੁਰ, ਛਿਆ ਪੜ੍ਹਦੇ ਹਨ, ਪਰ ਮੈਂ ਇੱਥੇ ਬੇਨਤੀ ਕਰਦੇ ਹਾਂ, ਗੁਰਬਾਣੀ ਦੇ ਅੰਦਰ ਜਦੋਂ ਐੜਾ ਮੁਕਤਾ ਸ਼ਬਦ ਕਿਸੇ ਐੜਾ ਮੁਕਤਾ ਅੱਖਰ ਕਿਸੇ ਸ਼ਬਦ ਨਾਲ ਵਰਤਿਆ ਜਾਂਦਾ ਤਾਂ ਗੁਰਬਾਣੀ ਦਾ ਆਪਣਾ ਅੰਦਰੂਨੀ ਵਿਧਾਨ ਆ। ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਗੁਰੂ ਮਹਾਰਾਜ ਨੇ ਨਵੇਕਲੀ ਤੇ ਨਿਰਾਲੀ ਲਿਖਣ ਸ਼ੈਲੀ ਉਸ ਨੂੰ ਵਰਤਿਆ ਜਿਹੜੀ ਪਹਿਲਾਂ ਕਿਤੇ ਇਸਤੇਮਾਲ ਨਹੀਂ ਹੋਈ ਹੈ। ਗੁਰਬਾਣੀ ਦੀ ਜੋ ਸ਼ੈਲੀ ਹੈ ਉਹ ਬੜੀ ਹੀ ਨਿਆਰੀ ਹੈ, ਮੌਲਿਕ ਹੈ, ਪਾਏਦਾਰ ਹੈ, ਵਜ਼ਨਦਾਰ ਹੈ। ਸੋ ਆਪਾਂ ਨੂੰ ਇਸ ਦੀ ਨਵੀਨਤਾ ਨੂੰ, ਇਸ ਦੀ ਮੌਲਿਕਤਾ ਨੂੰ, ਇਸ ਦੇ ਨਿਆਰੇਪਣ ਨੂੰ ਸਮਝਣਾ ਪੈਣਾ। ਜਦੋਂ ਕਿਸੇ ਸ਼ਬਦ ਦੇ ਅੰਤ ਵਿੱਚ ਐੜਾ ਮੁਕਤਾ ਅੱਖਰ ਜਿਹੜਾ ਹੈ ਉਹਨੂੰ ਵਰਤਿਆ ਜਾਂਦਾ ਤਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਇਸ ਸ਼ਬਦ ਦੇ ਉਚਾਰਨ ਨੂੰ ਲੰਮਾ ਕਰ ਲਿਆ ਜਾਵੇ। ਉਚਾਰਨ ਨੂੰ ਲੰਮਾ ਕਰ ਲਿਆ ਜਾਵੇ। ਜਿਵੇਂ ਛੱਛੇ ਨੂੰ ਸਿਹਾਰੀ ਲਾ ਕੇ ਅੱਗੇ ਐੜਾ ਲਿਖਿਆ, ਇਹਦਾ ਮਤਲਬ ਇਹ ਹੈ ਵੀ ਇਹਦਾ ਉਚਾਰਨ ਲੰਮਾ ਕਰ ਲਿਆ ਜਾਵੇ। ਤੇ ਹੁਣ ਲੰਮਾ ਉਚਾਰਨ ਕੀ ਬਣੇਗਾ? 6 ਘਰ 6 ਗਿਣਤੀ ਦੇ 6 ਹੁੰਦੇ ਆ ਨਾ ਜਿਹੜੇ, ਉਹਨਾਂ ਦੀ ਗੱਲ ਹੋ ਰਹੀ ਹੈ ਇੱਥੇ। 6 ਘਰ 6 ਗੁਰ 6 ਉਪਦੇਸ਼। ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਵਿਸ਼ਰਾਮ। ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ।
ਰਹਾਓ। ਵਿਸਵੇ ਚੱਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਹ ਹੋਆ। ਇਹਦਾ ਪਾਠ ਕਰਨਾ ਹੈ। ਵਿਸਵੇ ਚੱਸਿਆਂ ਬਿੰਦੀ ਲਾ ਕੇ, ਘੜੀਆਂ ਬਿੰਦੀ ਲਾ ਕੇ, ਪਹਿਰਾਂ ਬਿੰਦੀ ਲਾ ਕੇ, ਥਿੱਤੀ ਬਿੰਦੀ ਲਾ ਕੇ, ਵਾਰੀ ਬਿੰਦੀ ਲਾ ਕੇ, ਮਾਹ ਹੋਆ। ਇਹਨੂੰ ਮਾਹੋ ਨਹੀਂ ਪੜ੍ਹਨਾ, ਮਾਹ ਹੋਆ। ਮਾਹ ਦਾ ਅਰਥ ਮਹੀਨਾ, ਮਹੀਨੇ ਦੀ ਗੱਲ ਹੋ ਰਹੀ ਆ। ਤੇ ਸੂਰਜ ਏਕੋ ਰੁੱਤ ਅਨੇਕ, ਸੂਰਜ ਏਕੋ ਵਿਸ਼ਰਾਮ, ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹਲਾ ਪਹਿਲਾ। ਗਗਨ ਮੈਂ ਥਾਲ, ਗਗਨ ਮੈਂ, ਇਹ ਇਕੱਠਾ ਹੀ ਪੜ੍ਹਨਾ, ਗਗਨ ਮੈਂ। ਇੱਥੇ ਬਿੰਦੀ ਨਹੀਂ ਲਾਉਣੀ, ਮੈਂ ਨਹੀਂ ਕਹਿਣਾ ਇਹਨੂੰ ਆਪਾਂ। ਗਗਨ ਮੈਂ ਥਾਲ ਇਹਦਾ ਨਹੀਂ ਕਹਿਣਾ, ਗਗਨ ਮੈਂ ਥਾਲ। ਗਗਨ ਮੈਂ ਮਤਲਬ ਗਗਨਮਈ, ਆਕਾਸ਼ ਰੂਪੀ, ਇਹਦੇ ਅਰਥ ਬਣਦੇ ਆ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮੱਲਿਆਨ ਲੋ, ਧੂਪ ਮੱਲਿਆਨ ਲੋ, ਪਵਨ ਚਬਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਭਵ ਖੰਡਨਾ ਤੇਰੀ ਆਰਤੀ। ਭਵ ਖੰਡਨਾ ਸ਼ਬਦ ਇੱਥੇ ਸੰਬੋਧਨੀ ਹੈ। ਅਨਹਤਾ ਸ਼ਬਦ, ਅਨਹਤਾ ਸ਼ਬਦ, ਇਹਨੂੰ ਸ਼ਬਦ ਨਾ ਪੜਿਓ। ਸ਼ਬਦ, ਕਈ ਪ੍ਰੇਮੀ ਕਹਿੰਦੇ ਵੀ ਸ਼ਬਦ ਆਖੋ ਜੀ, ਸ਼ਬਦ ਦਾ ਅਰਥ ਕੁਛ ਹੋਰ ਹੁੰਦਾ, ਸ਼ਬਦ ਵੱਡਾ ਹੁੰਦਾ। ਕਈ ਪ੍ਰੇਮੀ ਅੱਜ ਕੱਲ੍ਹ, ਮੈਂ ਬੇਨਤੀ ਕਰਦੇ ਹਾਂ ਸਾਧ ਸੰਗਤ, ਇੱਥੇ ਕੁਝ ਚੰਦ ਸੈਕਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਚਾਰਨ ਨੂੰ ਲੈ ਕੇ ਨਾ ਸੰਗਤਾਂ ਨੂੰ ਬੜੀ ਵੱਡੀ ਦੁਬਿਧਾ ਹੈਗੀ ਆ। ਕੁਝ ਭਾਈ ਇਹ ਵੀ ਆਖਦੇ ਆ ਵੀ ਜਿਵੇਂ ਲਿਖਿਆ ਇਹਨੂੰ ਇਵੇਂ ਹੀ ਪੜ੍ਹੋ ਜੀ, ਆਪਣੇ ਕੋਲੋਂ ਮਾਤਰਾ ਨਾ ਲਾਓ ਨਾ ਘਟਾਓ। ਸੋ ਉਹਨਾਂ ਭਾਈਆਂ ਨੂੰ ਬੇਨਤੀ ਇਹੋ ਆ ਬਈ ਉਹ ਬਾਣੀ ਦਾ ਪਾਠ ਇਹ ਸ਼ੁਰੂ ਕਰ ਲੈਣ ਤੇ ਬਹੁਤ ਵਧੀਆ ਗੱਲ ਆ। ਫਿਰ ਉਹ ਇੱਕ ਓਂਕਾਰ ਨੂੰ ਕੀ ਪੜ੍ਹਨਗੇ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਆਰੰਭਤਾ ਤੇ ਇੱਥੋਂ ਹੀ ਹੁੰਦੀ ਆ ਨਾ, ਇੱਕ ਓਂਕਾਰ ਸਤਿਨਾਮ। ਉਹ ਤੇ ਫਿਰ ਏਕਾ ਲਿਖ ਕੇ ਤੇ ਊੜੇ ਦਾ ਮੂੰਹ ਖੁੱਲ੍ਹਾ ਲਿਖਿਆ ਹੋਇਆ, ਤੇ ਫਿਰ ਜਿਵੇਂ ਲਿਖਿਆ ਜੀ ਉਵੇਂ ਹੀ ਪੜ੍ਹਨਾ। ਫਿਰ ਤੇ ਆਪਾਂ ਮਤਲਬ ਕਦਮ ਹੀ ਨਹੀਂ ਪੁੱਟ ਸਕਦੇ, ਸ਼ੁਰੂਆਤ ਹੀ ਨਹੀਂ ਕਰ ਸਕਦੇ, ਹੈ ਨਾ। ਸੋ ਜਿਹੜੇ ਕੋਈ ਇੱਦਾਂ ਤੁਹਾਡੇ ਧਿਆਨ 'ਚ ਆਉਂਦਾ, ਕੋਈ ਵੀਰ ਭਾਈ ਤੁਹਾਨੂੰ ਆਖਦਾ ਵੀ ਇੱਦਾਂ ਹੀ ਪੜ੍ਹੋ ਜਿੱਦਾਂ ਲਿਖਿਆ, ਬਸ ਉਹਨੂੰ ਇੱਕ ਗੱਲ ਪੁੱਛ ਲਿਓ ਵੀ ਭਾਈ ਇੱਕ ਤਾਂ ਇਹ ਸ਼ਬਦ ਹੈ ਜਿਹੜਾ ਏਕਾ ਲਿਖ ਕੇ ਇੱਦਾਂ ਸੰਖਿਆ ਦਾ ਤੇ ਨਾਲ ਊੜਾ ਉਹਦਾ ਮੂੰਹ ਖੁੱਲ੍ਹਾ ਕਰ ਦਿੱਤਾ, ਇਹਦਾ ਉਚਾਰਨ ਕੀ ਕਰੀਏ, ਇਹਨੂੰ ਕੀ ਪੜ੍ਹੀਏ, ਜਿਵੇਂ ਲਿਖਿਆ ਉਹਨੂੰ ਕਿਵੇਂ ਪੜ੍ਹੀਏ ਅਸੀਂ। ਤੇ ਦੂਜਾ, ਹੁਣ ਇੱਥੇ ਚੱਲ ਕੇ ਅੱਗੇ ਸ਼ਬਦ ਆਏਗਾ, ਮੈਂ ਉਹਦੀ ਗੱਲ ਤੁਹਾਡੇ ਨਾਲ ਕਰ ਦਿਆਂਗਾ। ਕਈ ਅੱਖਰਾਂ ਨੂੰ ਦੋ ਦੋ ਲਗਾਂ ਲੱਗੀਆਂ ਹੋਈਆਂ ਨੇ, ਉਹਦਾ ਉਚਾਰਨ ਕੀ ਕਰੀਏ ਦੱਸੋ ਭਾਈ, ਦੱਸੋ ਉਹਦਾ ਉਚਾਰਨ ਕੀ ਕਰੀਏ। ਸੋ ਸਾਧ ਸੰਗਤ ਐਵੇਂ ਨਾ ਭਰਮਾਂ 'ਚ ਪਿਆ ਕਰੋ। ਗੁਰੂ ਮਹਾਰਾਜ ਨੇ ਨਾ ਇਹ ਜਿਹੜੀ ਪਾਵਨ ਬਾਣੀ ਆ, ਇਹ ਆਮ ਲੋਕਾਂ ਦੇ ਕਲਿਆਣ ਲਈ ਉਚਾਰੀ ਸੀ। ਪਰ ਮੈਂ ਬੇਨਤੀ ਕਰਦਿਆਂ ਅੱਜ ਕੱਲ੍ਹ ਇਹ ਬਾਣੀ ਜਿਹੜੇ ਉਹਨਾਂ ਸਮਿਆਂ ਦੇ ਪੜ੍ਹੇ ਲਿਖੇ ਯੋਗੀ ਪੰਡਤ ਲੋਕ, ਗਿਆਨੀ ਲੋਕ ਸੀ, ਜਿਨ੍ਹਾਂ ਨੇ ਧਰਮ ਨੂੰ ਬਹੁਤ ਜਟਲ ਤੇ ਬਹੁਤ ਔਖਾ ਵਿਸ਼ਾ ਬਣਾ ਦਿੱਤਾ ਸੀ, ਜਿਹਦੇ ਕਰਕੇ ਗੁਰੂ ਨਾਨਕ ਮਹਾਰਾਜ ਦੇ ਵੇਲੇ ਆਮ ਲੋਕੀ ਧਰਮ ਤੋਂ, ਧਰਮ ਦੀ ਸਿੱਖਿਆ, ਧਰਮ ਦੀਆਂ ਲਿਖਤਾਂ, ਧਰਮ ਦੇ ਗ੍ਰੰਥਾਂ ਤੋਂ ਦੂਰ ਜਾ ਚੁੱਕੇ ਸੀ। ਕਿਉਂਕਿ ਉਸ ਵੇਲੇ ਦੇ ਪੰਡਤਾਂ ਨੇ, ਗੁਣੀ ਗਿਆਨੀ ਲੋਕਾਂ ਨੇ, ਪੜ੍ਹਿਆ ਲਿਖਿਆ ਨੇ ਧਰਮ ਨੂੰ ਇੰਨਾ ਜਟਲ, ਇੰਨਾ ਔਖਾ, ਇੰਨਾ ਗੁੰਝਲਦਾਰ ਬਣਾ ਦਿੱਤਾ ਸੀ ਕਿ ਆਮ ਲੋਕੀ ਕਹਿੰਦੇ ਛੱਡ ਪਰੇ, ਆਪਾਂ ਇਹ ਚੀਜ਼ ਤੋਂ ਦੂਰ ਹੀ ਚੰਗੇ ਆ। ਉਹੀ ਕੁਝ ਹੁਣ ਬਾਣੀ ਨਾਲ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੀ ਇੰਨਾ ਜਟਲ, ਇੰਨਾ ਗੁੰਝਲਦਾਰ, ਇੰਨਾ ਔਖਾ ਵਿਸ਼ਾ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ, ਤਾਂ ਕਿ ਆਮ ਲੋਕੀ ਇਹ ਕਹਿਣ ਲੱਗ ਜਾਣ ਵੀ ਛੱਡੋ ਜੀ, ਆਪਾਂ ਸੰਸਾਰੀ ਲੋਕ ਆ, ਆਪਣੇ ਵੱਸ ਦੀ ਗੱਲ ਹੈ ਨਹੀਂ, ਇਸ ਲਈ ਆਪਾਂ ਬਾਣੀ ਤੋਂ ਦੂਰ ਹੀ ਠੀਕ ਆ। ਸੋ ਜਿਵੇਂ ਜਿਵੇਂ ਲੋਕੀ ਸੰਗਤਾਂ ਬਾਣੀ ਤੋਂ ਦੂਰ ਹੋਣਗੀਆਂ, ਤਿਵੇਂ ਤਿਵੇਂ ਪੰਜਾਬ ਅੰਦਰ, ਸਿੱਖੀ ਅੰਦਰ ਡੇਰੇਦਾਰੀ ਸਿਸਟਮ ਉਹ ਤੇ ਆਉਂਦਾ ਹੀ ਜਾਏਗਾ। ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਾ ਤਾਂ ਅਕਾਦਮਿਕ ਖੋਜਾਂ ਲਈ ਉਚਾਰੀ ਗਈ ਹੈ, ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਸ ਲਈ ਉਚਾਰੀ ਗਈ ਹੈ ਵੀ ਆਉਣ ਵਾਲੇ ਸਮੇਂ 'ਚ ਲੋਕੀ ਇਹਨਾਂ ਤੇ ਡਿਗਰੀਆਂ ਕਰਕੇ ਜਿਹੜੇ ਆਪਣੇ ਨਾਵਾਂ ਦੇ ਨਾਲ ਵੱਡੇ ਵੱਡੇ ਤਖੱਲਸ ਜੋੜਨਗੇ। ਗੁਰੂ ਮਹਾਰਾਜ ਨੇ ਬਾਣੀ ਤਾਂ ਇਸ ਲਈ ਉਚਾਰੀ ਸੀ ਕਿ ਬਾਣੀ ਦਾ ਪਾਠ ਸਰਲ ਤੇ ਸੌਖੇ ਤਰੀਕੇ ਨਾਲ ਕਰਕੇ ਸੰਗਤ ਆਪਣੇ ਜੀਵਨ ਨੂੰ ਉੱਚਾ ਚੁੱਕੇਗੀ, ਆਪਣੇ ਜੀਵਨ ਦਾ ਕਲਿਆਣ ਕਰੇਗੀ, ਆਪਣੀ ਸੁਰਤ ਨੂੰ ਜਿਹੜੀ ਵਿਕਾਰਾਂ 'ਚ ਡਿੱਗੀ ਹੋਈ ਆ, ਮੋਹ ਮਾਇਆ 'ਚ ਡਿੱਗੀ ਹੋਈ ਆ, ਇਹਦੇ ਵਿੱਚੋਂ ਨਿਕਲ ਕੇ ਕਰਤੇ ਪੁਰਖ ਨਾਲ ਜੋੜ ਲੈਣਗੇ ਆਪਣੀ ਸੁਰਤ ਨੂੰ,
ਤੇ ਆਪਣੇ ਜੀਵਨ ਦੀ ਸਭ ਤੋਂ ਉੱਚੀ ਪਦਵੀ ਨੂੰ ਪ੍ਰਾਪਤ ਕਰਨਗੇ। ਇਸ ਲਈ ਜਨ ਸਧਾਰਨ ਦੇ ਕਲਿਆਣ ਲਈ ਗੁਰੂ ਮਹਾਰਾਜ ਨੇ ਬਾਣੀ ਉਚਾਰੀ ਸੀ। ਪਰ ਅੱਜ ਕੱਲ੍ਹ ਜਦੋਂ ਬਾਣੀ ਪਾੜਿਆਂ ਦੇ ਹੱਥਾਂ 'ਚ ਚਲੀ ਗਈ ਤਾਂ ਉਹਨਾਂ ਨੇ ਫਿਰ ਅਕਾਦਮਿਕ ਪੱਖ ਤੋਂ ਵੀ ਗੁਰਬਾਣੀ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ ਸਾਧ ਸੰਗਤ। ਸੋ ਥੋੜ੍ਹਾ ਥੋੜ੍ਹਾ ਆਪ ਜੀਆਂ ਨੇ ਸੁਚੇਤ ਰਹਿਣਾ ਹੈ, ਧਿਆਨ ਆਪ ਜੀਆਂ ਨੇ ਜੋ ਹੈ ਉਹ ਰੱਖਣਾ ਹੈ। ਅਨਹਤਾ ਸ਼ਬਦ ਵਾਜੰਤ ਭੇਰੀ। ਸ਼ਬਦੇ ਹੁੰਦੇ ਜੀ, ਆਮ ਆਪਾਂ ਸ਼ਬਦੇ ਬੋਲਦੇ ਹਾਂ, ਤੇ ਗੁਰੂ ਮਹਾਰਾਜ ਨੇ ਵੀ ਇਹੋ ਸ਼ਬਦ ਵਰਤਿਆ, ਵਾਜੰਤ ਭੇਰੀ। ਅੱਗੇ ਹੈ ਸਹਸ ਤਵ ਨੈਣ। ਇਹਨਾਂ ਦੋ ਤਿੰਨ ਤੁਕਾਂ ਦਾ ਉਚਾਰਨ ਬਹੁਤ ਧਿਆਨ ਨਾਲ ਸੁਣਨਾ ਆਪ ਜੀਆਂ ਨੇ। ਸਹਸ ਤਵ ਨੈਣ, ਇੱਥੇ ਵਿਸ਼ਰਾਮ। ਨਨ ਨੈਣ ਹੈ ਤੋਹੇ ਕਉ। ਨਨ ਨੈਣ ਹੈ ਤੋਹੇ ਕਉ। ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ। ਗੰਧ ਬਿਨ ਸਹਸ ਤਬ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਅਨ ਦਿਨੋ ਮੋਹਿ ਆਹੀ ਪਿਆਸਾ। ਹਰ ਚਰਨ ਕਮਲ ਮਕਰੰਦ, ਇੱਥੇ ਵਿਸ਼ਰਾਮ। ਲੋਭਿਤ ਮਨੋ, ਇੱਥੇ ਵਿਸ਼ਰਾਮ। ਅਨ ਦਿਨੋ, ਹੁਣ ਜਿਹੜਾ ਇਹ ਸ਼ਬਦ ਆ ਨਾ, ਤੁਸੀਂ ਦਰਸ਼ਨ ਕਰਿਓ। ਐੜਾ ਨੰਨਾ, ਦੱਦੇ ਨੂੰ ਸਿਹਾਰੀ, ਨੰਨੇ ਨੂੰ ਹੋੜਾ ਵੀ ਅਤੇ ਨੰਨੇ ਨੂੰ ਔਂਕੜ ਵੀ ਆ। ਇੱਕੋ ਹੀ ਅੱਖਰ ਹੈ ਨੰਨਾ, ਉਹਨੂੰ ਦੋ ਮਾਤਰਾਵਾਂ, ਦੋ ਲਗਾਂ ਲੱਗੀਆਂ ਹੋਈਆਂ ਨੇ। ਇਹਨਾਂ ਦੋਵਾਂ ਦੇ ਵਿੱਚੋਂ ਆਪਾਂ ਇੱਕ ਦਾ ਉਚਾਰਨ ਕਰਨਾ। ਤੇ ਜਿਹੜੇ ਗੁਰਬਾਣੀ ਦੇ ਵਿਦਵਾਨ ਹੋਏ ਨੇ, ਜਿਨ੍ਹਾਂ ਨੇ ਟੀਕੇ ਕੀਤੇ ਆ, ਉਹਨਾਂ ਨੇ ਸਾਨੂੰ ਇਹ ਦੱਸਿਆ ਹੈ ਕਿ ਗੁਰੂ ਮਹਾਰਾਜ ਜੀ ਨੇ, ਕਿਉਂਕਿ ਬਾਣੀ ਕਾਵਿ ਰੂਪ ਦੇ ਵਿੱਚ ਉਚਾਰੀ ਹੈ ਕੀਰਤਨ ਕਰਨ ਲਈ, ਸੋ ਉੱਥੇ ਮਾਤਰਾਵਾਂ ਦਾ ਨਾਪ ਤੋਲ ਰੱਖਣਾ ਅਤਿਅੰਤ ਜ਼ਰੂਰੀ ਹੁੰਦਾ, ਲਾਜ਼ਮੀ ਹੁੰਦਾ। ਇਸ ਲਈ ਕਈ ਸ਼ਬਦਾਂ ਦਾ ਰੂਪ ਗੁਰੂ ਸਾਹਿਬ ਨੇ ਬਦਲਿਆ। ਹੁਣ ਸ਼ਬਦ ਤਾਂ ਹੈਗਾ ਅਨ ਦਿਨ, ਪਰ ਮਾਤਰਾ ਪੂਰੀ ਕਰਨ ਵਾਸਤੇ ਗੁਰੂ ਮਹਾਰਾਜ ਨੇ ਸ਼ਬਦ ਬਣਾ ਲਿਆ ਅਨ ਦਿਨੋਂ। ਪਰ ਕਿਸੇ ਨੂੰ ਭੁਲੇਖਾ ਨਾ ਪੈ ਜੇ ਵੀ ਗੁਰੂ ਮਹਾਰਾਜ ਨੂੰ ਪਤਾ ਹੀ ਨਹੀਂ ਸੀ ਸ਼ਬਦ ਤਾਂ ਅਨ ਦਿਨ ਸੀ। ਇਸ ਲਈ ਗੁਰੂ ਸਾਹਿਬ ਨੇ ਅਨ ਦਿਨ ਦਾ ਰੂਪ ਵੀ ਬਰਕਰਾਰ ਰੱਖ ਲਿਆ, ਆੜਾ ਨੰਨਾ ਦੱਦੇ ਸਿਹਾਰੀ, ਨੰਨੇ ਨੂੰ ਔਂਕੜ ਲਾ ਕੇ, ਤੇ ਇਹਨੂੰ ਮਾਤਰਾ 'ਚ ਵੀ ਪੂਰਾ ਲੈ ਆਉਂਦਾ, ਨੰਨੇ ਨੂੰ ਹੋੜਾ ਲਾ ਕੇ। ਇਹਦਾ ਪਾਠ ਆਪਾਂ ਕਰਨਾ ਅਨ ਦਿਨੋਂ। ਅਨ ਦਿਨੋਂ ਪਾਠ ਕਰਨਾ ਆਪਾਂ, ਇਸਦਾ ਹੋੜੇ ਨਾਲ ਪਾਠ ਕਰਨਾ। ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ। ਹੋਏ ਜਾਤੇ ਤੇਰਾ ਨਾਏ ਵਾਸਾ। ਹੋਏ ਜਾਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹਲਾ ਚੌਥਾ, ਚੌਥੇ ਪਾਤਸ਼ਾਹ ਦਾ ਸ਼ਬਦ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਕਰ ਡੰਡਾਉਤ ਪੁੰਨ ਵੱਡਾ ਹੈ। ਡੰਡਾਉਤ ਪੁੰਨ ਵੱਡਾ ਹੈ। ਸਾਕਤ ਸਾਕਤ ਹਰ ਰਸ ਸਾਧ ਨਾ ਜਾਣਿਆ। ਤਿੰਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲੈ ਚੱਲੈ ਬਹੁਵਚਨ ਹੈ। ਚੱਲੈ ਬਹੁਵਚਨੀ ਕਿਰਿਆ। ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ। ਜਮਕਾਲ ਸਹਿ ਸਿਰ ਡੰਡਾ ਹੈ। ਫਿਰ ਮੈਂ ਬੇਨਤੀ ਕਰਦਿਆਂ, ਜਿਉਂ ਜਿਉਂ ਚੱਲੈ ਮਤਲਬ ਜਿਵੇਂ ਜਿਵੇਂ ਸਾਕਤ ਰੱਬ ਤੋਂ ਟੁੱਟੇ ਹੰਕਾਰੀ ਬੰਦੇ ਜ਼ਿੰਦਗੀ ਜਿਉਂਦੇ ਆ। ਜਿਉਂ ਜਿਉਂ ਚੱਲੈ ਚੁਭੈ, ਵਿਸ਼ਰਾਮ ਦੇਣਾ। ਚੁਭੈ ਹਉਮੈ ਦਾ ਕੰਡਾ, ਚੁਭਦਾ ਇੱਕ ਵਚਨ। ਦੁੱਖ ਪਾਵੈ, ਉਹ ਦੁੱਖ ਪਾਉਂਦੇ ਨੇ ਅਹੰਕਾਰੀ ਲੋਕ। ਜਮਕਾਲ ਸਹਿ, ਜਮਕਾਲ ਆ ਨਾ ਜਿਹੜਾ, ਉਹਦਾ ਡੰਡਾ ਆਪਣੇ ਸਿਰ ਤੇ ਸਹਾਰਦੇ ਨੇ। ਸੋ ਉਚਾਰਨ ਧਿਆਨ 'ਚ ਰੱਖਣਾ। ਜਿਉਂ ਜਿਉਂ ਚੱਲੈ ਚੁਭੈ, ਚੁਭੈ ਤੇ ਬਿੰਦੀ ਨਹੀਂ ਲਾਉਣੀ। ਦੁੱਖ ਪਾਵੈ ਬਹੁਵਚਨੀ ਹੈ, ਪਾਵੈ ਪੜਾਂਗੇ। ਜਮਕਾਲ ਸਹਿ, ਸਹਿ ਪੜਾਂਗੇ, ਸਹਿੰਦੇ ਹਨ। ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ। ਦੁੱਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ। ਅਵਿਨਾਸ਼ੀ ਸੱਸੇ ਪੈਰ ਬਿੰਦੀ ਲਾ ਕੇ, ਪੁਰਖ ਪਾਇਆ ਪਰਮੇਸ਼ਰ। ਬਹੁ ਸ਼ੋਭ ਖੰਡ ਬ੍ਰਹਮੰਡਾ ਹੈ। ਬਹੁ ਸ਼ੋਭ, ਸੋਭ ਨਹੀਂ ਪੜ੍ਹਨਾ, ਸ਼ੋਭ ਸ਼ੋਭਾ। ਸ਼ੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ
मस्कीन प्रभ तेरे, हम गरीब मस्कीन प्रभ तेरे, हर राख राख वड वड्डा है, जन नानक नाम आधार टेक है, हर नामे ही सुख मंडा है। इसी चौथा शब्द अगे पंजवां शब्द है। राग गौड़ी पूर्वी महला पंजवां। करों बेनंती सुनो मेरे मीता, संत टहल की बेला। करों बेनंती, करों उत्तम पुरख, मैं बेनती करता हाँ, नास की उच्चारण करांगे। करों बेनंती सुनो मेरे मीता, सुनो मेरे मीता, संत टहल की बेला। ईहा खाट चलो हर लाहा, ईहा, ईहा नहीं पढ़ना, ईहा खाट चलो हर लाहा, आगे बसन सुहेला। औद घटै, औद घटै दिन सरैन आरे, मन ਗੁਰਮਿਲ ਕਾਜ ਸਵਾਰੇ। ਮਨ ਸੰਬੋਧਨੀ ਸ਼ਬਦ ਆ, ਇਸ ਲਈ ਇਹਨੂੰ ਜ਼ੋਰ ਦੇ ਕੇ ਪੜਾਂਗੇ। ਮਨ ਗੁਰਮਿਲ ਕਾਜ ਸਵਾਰੇ, ਇਹ ਸੰਸਾਰ, ਇਹੋ ਨਾ ਪੜਿਓ, ਇਹ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਬ੍ਰਹਮ ਗਿਆਨੀ, ਇਹਨੂੰ ਬ੍ਰਹਮ ਨਹੀਂ ਪੜਨਾ, ਬ੍ਰਹਮ ਗਿਆਨੀ, ਜਿਸਹਿ ਜਗਾਏ ਪੀਆਵੈ ਇਹ ਰਸ, ਅਕਥ ਕਥਾ ਤਿਨ ਜਾਨੀ, ਜਾ ਕਉ ਆਏ, ਜਾ ਕਉ ਭਾਵ ਜਿਸ ਚੀਜ਼ ਦੀ ਪ੍ਰਾਪਤੀ ਲਈ ਆਏ ਹੋ, ਜਾ ਕਉ ਆਏ ਸੋਈ ਬਿਹਾਜਿਓ, ਬਿਹਾਜਿਓ, ਹਰ ਗੁਰ ਤੇ ਮਨੈ ਬਸੇਰਾ, ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਲ ਪਾਵੋ ਸੁਖ ਸਹਜੇ, ਨਿਜ ਘਰ ਮਹਲ ਪਾਵੋ ਸੁਖ ਸਹਜੇ, ਬਹੁਰ ਨਾ ਹੋਏ ਕੋ ਫੇਰਾ, ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਪੂਰੇ। ਨਾਨਕ ਦਾਸ, ਇਥੇ ਵਿਸ਼ਰਾਮ, ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਮੋਕੋ ਨਹੀਂ ਪੜਨਾ, ਮੋਕੋ, ਕਰ ਸੰਤਨ ਕੀ ਤੂਰੇ। ਸੋ ਇੱਥੇ ਆ ਕੇ ਸਾਧ ਸੰਗਤ ਜੋ ਨਿਤਨੇਮ ਦਾ ਹਿੱਸਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ, ਉਹ ਸੰਪੂਰਨ ਹੋਇਆ। ਅੱਗੇ ਸ੍ਰੀ ਰਾਗ ਆਰੰਭ ਹੁੰਦਾ ਤੇ ਅਗਲੇ ਹਿੱਸੇ ਵਿੱਚ ਆਪਾਂ ਸ੍ਰੀ ਰਾਗ ਤੋਂ ਜੋ ਗੁਰਬਾਣੀ ਸ਼ੁਰੂ ਹੁੰਦੀ ਹੈ ਉਸ ਦੀ ਸੰਥਾ, ਉਚਾਰਨ ਤੇ ਵਿਸ਼ਰਾਮ, ਵਿਆਕਰਨ ਨੇਮਾਂ ਦੇ ਨਾਲ ਆਪ ਸੰਗਤ ਦੇ ਨਾਲ ਸਾਂਝੀ ਕਰਾਂਗੇ। ਇਸੇ ਤਰ੍ਹਾਂ ਜੁੜੇ ਰਹਿਣਾ ਸਾਡੇ ਚੈਨਲ ਜਸਵਿੰਦਰ ਸਿੰਘ ਬਟਰੁੱਖਾਂ ਦੇ ਨਾਲ, ਤੇ ਇੱਦਾਂ ਹੀ ਅਸੀਂ ਆਪ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਪਾਠ ਦੇ ਸੰਬੰਧ ਵਿੱਚ ਬੇਨਤੀਆਂ ਜੋ ਹਨ ਉਹ ਕਰਦੇ ਰਵਾਂਗੇ। ਉਮੀਦ ਕਰਦੇ ਹਾਂ ਕਿ ਆਪ ਜੀਆਂ ਨੂੰ ਸਾਡਾ ਇਹ ਪ੍ਰੋਜੈਕਟ ਚੰਗਾ ਲੱਗੇਗਾ, ਤੇ ਜੇਕਰ ਚੰਗਾ ਲੱਗਿਆ ਤਾਂ ਇਸ ਨੂੰ ਅੱਗੇ ਹੋਰ ਸੰਗਤਾਂ ਦੇ ਨਾਲ ਵੀ ਸਾਂਝਾ ਕਰਨਾ। ਵੱਧ ਤੋਂ ਵੱਧ ਗੁਰੂ ਪਿਆਰੇ ਇਸ ਚੈਨਲ ਦੇ ਉੱਪਰ ਆਓ, ਆਪਾਂ ਰਲ ਮਿਲ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਪਾਠ ਦੇ ਸੰਬੰਧ ਵਿੱਚ, ਉਚਾਰਨ ਦੇ ਸੰਬੰਧ ਵਿੱਚ ਜ਼ਰੂਰੀ ਨੁਕਤੇ ਜੋ ਹਨ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਸਾਂਝੇ ਕਰੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।